सत श्री अकाल, नमस्कार, आदाब। मैं हाँ बलबीर जंडू, ਤੁਹਾਡਾ ਸਭ ਦਾ ਸੱਜਣ ਮੀਡੀਆ ਚੈਨਲ ਉੱਤੇ ਸਵਾਗਤ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਨੇ ਰਾਜ ਪੱਥ ਦਾ ਨਾਂ ਬਦਲ ਕੇ ਕਰਤੱਵਯ ਪੱਥ ਤੇ ਨਾਲ ਦੀ ਨਾਲ ਉਹਨਾਂ ਨੇ ਇੰਡੀਆ ਗੇਟ ਦੇ ਉੱਪਰ ਸੁਭਾਸ਼ ਚੰਦਰ ਬੋਸ ਦਾ ਬੁੱਤ ਵੀ ਜਿਹੜਾ ਉਹ ਲਾਇਆ। ਤੇ ਸਵਾਲ ਇੱਥੇ ਉੱਠਦਾ ਹੈ ਕਿ ਕੀ ਰਾਜ ਪੱਥ ਦਾ ਨਾਂ ਬਦਲਣ ਨਾਲ ਜਾਂ ਸੁਭਾਸ਼ ਚੰਦਰ ਬੋਸ ਦਾ ਬੁੱਤ ਲਾਉਣ ਨਾਲ ਕੀ ਇਤਿਹਾਸ ਬਦਲ ਜਾਏਗਾ, ਜਾਂ ਕੀ ਕੋਈ ਦੇਸ਼ ਦੇ ਮਾਮਲੇ ਹੱਲ ਹੋ ਜਾਣਗੇ। ਜਿਹੜੇ ਲੋਕਾਂ ਨੂੰ ਰੋਜ਼ ਪਰੇਸ਼ਾਨ ਕਰ ਰਹੇ ਮਾਮਲੇ, ਉਹ ਮਾਮਲਿਆਂ ਦੇ ਬਾਰੇ ਕੋਈ ਗੱਲ ਨਾ ਹੋ ਕੇ ਤੇ ਇਹੋ ਜਿਹੇ ਮੁੱਦਿਆਂ ਨੂੰ ਲੈ ਕੇ ਲੋਕਾਂ ਨੂੰ ਇਸ ਪਾਸੇ ਲਾਇਆ ਜਾ ਰਿਹਾ। ਨਾਲ ਦੀ ਨਾਲ ਅਸੀਂ ਦੇਖਦੇ ਹਾਂ ਕਿ ਭਾਰਤ ਜੋੜੋ ਯਾਤਰਾ ਜਿਹੜੀ ਕਾਂਗਰਸ ਨੇ ਸ਼ੁਰੂ ਕੀਤੀ ਹੈ, ਉਸ ਯਾਤਰਾ ਦੇ ਵਿੱਚ ਸਿਵਲ ਸੁਸਾਇਟੀ ਦੇ ਗਰੁੱਪ ਵੀ ਸ਼ਾਮਲ ਹੈ ਤੇ ਉਹ ਸਾਰੇ ਹੀ ਇਹ ਮਹਿਸੂਸ ਕਰਦੇ ਹੈ ਕਿ ਦੇਸ਼ ਇਸ ਵੇਲੇ ਗੰਭੀਰ ਖਤਰੇ 'ਚ ਹੈ। ਸੰਵਿਧਾਨ ਨਾਲੋਂ ਵੀ ਵੱਧ ਇਸ ਵੇਲੇ ਦੇਸ਼ ਨੂੰ ਬਚਾਉਣ ਦੀ ਲੋੜ ਹੈ ਤੇ ਨਾਲ ਦੀ ਨਾਲ ਜਿਹੜੇ ਲੋਕਾਂ ਦੇ ਮੂਲ ਮੁੱਦੇ ਹੈ ਉਹਨਾਂ ਦੀ ਉਹ ਗੱਲ ਕਰਦੇ ਆ। ਤੇ ਅਸੀਂ ਦੇਖਦੇ ਹਾਂ ਕਿ ਦੂਸਰੇ ਪਾਸੇ ਹਾਕਮ ਤੇ ਜਿਹੜੀ ਥਾਵਾਂ ਦੇ ਨਾਮ ਬਦਲ ਕੇ ਇਸ ਢੰਗ ਨਾਲ ਲੋਕਾਂ ਦੇ ਧਿਆਨ ਉਸ ਪਾਸੇ ਲਾਉਣਾ ਚਾਹੁੰਦੀ ਹੈ, ਉਸ ਦੇ ਵਿੱਚ ਵੀ ਭਾਰਤ ਦੀ ਜਿਹੜੀ ਜੋੜੋ ਯਾਤਰਾ, ਉਸ ਦੇ ਵੀ ਜਿਹੜੇ ਮੁੱਦੇ ਜਾਂ ਜੋ ਕੁਝ ਉੱਥੇ ਗੱਲ ਹੋ ਰਹੀ, ਉਸ ਦੀ ਥਾਂ ਦੇ ਉੱਤੇ ਜਿਹੜੀ ਹੈ ਰਾਹੁਲ ਗਾਂਧੀ ਦੀ ਜਿਹੜੀ ਟੀ-ਸ਼ਰਟ ਹੈ ਉਹ ਕਿਹੜੀ ਕੰਪਨੀ ਦੀ ਹੈ, ਕਿਹੜੇ ਬ੍ਰਾਂਡ ਦੀ ਹੈ, ਕਿੰਨੇ ਪੈਸੇ ਦੀ ਹੈ, ਉਸ ਦੀ ਗੱਲ ਕਰਕੇ ਉਹਨਾਂ ਤੇ ਹਮਲੇ ਕੀਤੇ ਜਾ ਰਹੇ। ਇਹ ਦੋ ਮੁੱਦੇ ਇਹ ਹੈ ਜਿਨ੍ਹਾਂ ਤੇ ਅਸੀਂ ਗੱਲ ਕਰਾਂਗੇ। ਇੱਕ ਮੁੱਦਾ ਉਹ ਹੈ ਇਸ ਦੇ ਨਾਲ ਹੀ ਜੁੜਿਆ, ਜਿਹੜੀਆਂ ਘਟਨਾਵਾਂ ਪਿਛਲੇ ਦਿਨਾਂ 'ਚ ਪੰਜਾਬ 'ਚ ਵਾਪਰੀਆਂ, ਉਹਨਾਂ ਵਿੱਚੋਂ ਇੱਕ ਘਟਨਾ ਜਿਹੜੀ ਹੈ ਬੇਸ਼ੱਕ ਉਹ ਪੁਰਾਣੀ ਹੈ, ਪਰ ਉਹ ਇੱਕ ਘਟਨਾ ਦੀ ਲੜੀ ਦੇ ਵਿੱਚ ਉਸਨੂੰ ਜੇ ਦੇਖੀਏ ਤਾਂ ਉਹ ਸਾਰਾ ਕੁਝ ਹੀ ਤੁਹਾਨੂੰ ਸਪਸ਼ਟ ਹੁੰਦਾ ਚਲਾ ਜਾਂਦਾ, ਜਿਹਦੇ ਵਿੱਚ ਦਰਬਾਰ ਸਾਹਿਬ ਦੇ ਅੰਦਰ ਬੇਅਦਬੀ ਕਰਨ ਵਾਲੇ ਬੰਦੇ ਦਾ ਬਾਅਦ 'ਚ ਕੋਈ ਪਤਾ ਹੀ ਨਹੀਂ ਲੱਗਿਆ ਕਿ ਉਹ ਕੀ ਸੀ। ਉਹ ਸਾਰੀ ਜਿਹੜੀ ਜਾਂਚ ਹੈ ਉਸ ਦੇ ਵਿੱਚੋਂ ਕੋਈ ਗੱਲ ਸਾਹਮਣੇ ਨਹੀਂ ਆਈ। ਔਰ ਨਾਲ ਉਸ ਤੋਂ ਬਾਅਦ ਧਰਮ ਪਰਿਵਰਤਨ ਦਾ ਮਾਮਲਾ ਬਹੁਤ ਜ਼ੋਰ ਸ਼ੋਰ ਨਾਲ ਉੱਠਿਆ ਔਰ ਇੱਥੋਂ ਤੱਕ ਕਿ ਕਾਲ ਤਖਤ ਦੇ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਉਸ ਦੇ ਉੱਤੇ ਧਰਮ ਪਰਿਵਰਤਨ ਵਿਰੋਧੀ ਕਾਨੂੰਨ ਬਣਾਉਣ ਦੀ ਮੰਗ ਕਰਤੀ। ਔਰ ਫਿਰ ਉਹ ਸਾਰਾ ਕੁਝ ਜਿਹੜਾ ਜਦੋਂ ਇੱਕ ਵਾਪਰਿਆ ਤਾਂ ਉਸ ਦੇ ਨਾਲ ਦੀ ਨਾਲ ਹੀ ਅਗਲੇ ਦਿਨ ਗਿਰਜਾ ਘਰ ਤੇ ਹਮਲਾ ਹੋ ਜਾਂਦਾ। ਉੱਥੇ ਜਿਹੜਾ ਪਾਦਰੀ ਹੈ ਉਹਦੀ ਕਾਰ ਨੂੰ ਸਾੜ ਦਿੱਤਾ ਜਾਂਦਾ। ਉਹਦੇ ਵੀ ਦੋਸ਼ੀਆਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਿਆ। ਤੇ ਤੀਸਰੀ ਘਟਨਾ ਆ ਜਿਹੜੀ ਪਰਸੋਂ ਵਾਪਰੀ ਹੈ ਕਿ ਦਰਬਾਰ ਸਾਹਿਬ ਦੇ ਨੇੜੇ ਇੱਕ ਨੌਜਵਾਨ ਦਾ ਜਿਹੜਾ ਕਿ ਉਹਦੇ ਮਾਪਿਆਂ ਦੇ ਦੱਸਣ ਅਨੁਸਾਰ ਕਿ ਉਹ ਬਾਹਰ ਜਾ ਰਿਹਾ ਸੀ, ਵਿਦੇਸ਼ ਜਾ ਰਿਹਾ ਸੀ ਕੁਝ ਦਿਨਾਂ ਦੇ ਅੰਦਰ ਹੀ, ਤਾਂ ਉਸ ਨੂੰ ਇਸ ਗੱਲ ਲਈ ਕਤਲ ਕਰ ਦਿੱਤਾ ਗਿਆ ਕਿ ਉਸ ਦੇ ਹੱਥ 'ਚ ਤੰਬਾਕੂ ਸੀ ਜਾਂ ਉਸਨੇ ਨਸ਼ਾ ਕੀਤਾ ਹੋਇਆ ਸੀ। ਸੋ ਉਹਦੇ ਲਈ ਹੋਰ ਵੀ ਕਈ ਤਰ੍ਹਾਂ ਦੇ ਪੱਖ ਉਹਦੇ ਸਾਹਮਣੇ ਆ ਰਹੇ, ਪਰ ਉਹਦੇ 'ਚ ਕੀ ਸੱਚਾਈ ਆ ਉਸ ਦਾ ਵੀ ਅਜੇ ਗੱਲ ਸਾਹਮਣੇ ਤਾਂ ਨਹੀਂ ਆਈ। ਪਰ ਇਹ ਜ਼ਰੂਰ ਹੈ ਜਿਸ ਢੰਗ ਨਾਲ ਉਹ ਦੀ ਹੱਤਿਆ ਕੀਤੀ ਗਈ ਉਸਨੇ ਕਈ ਸਵਾਲ ਖੜੇ ਕੀਤੇ। ਇਹਨਾਂ ਤਿੰਨਾਂ ਮੁੱਦਿਆਂ ਤੇ ਅਸੀਂ ਗੱਲ ਕਰਾਂਗੇ। ਔਰ ਇਸ ਦੇ ਲਈ ਗੱਲ ਕਰਨ ਦੇ ਲਈ ਅੱਜ ਸਾਡੇ ਨਾਲ ਜੁੜੇ ਨੇ ਉੱਘੇ ਵਿਦਵਾਨ, ਉੱਘੇ ਚਿੰਤਕ ਔਰ ਖਾਸ ਕਰਕੇ ਜਿਹੜੇ ਮਨੁੱਖੀ ਹੱਕਾਂ ਦੀ ਗੱਲ ਕਰਦੇ ਸਮੇਂ, ਕਾਨੂੰਨ ਦੀ ਗੱਲ ਕਰਦੇ ਸਮੇਂ ਬੇਝਿਜਕ ਹੋ ਕੇ, ਬੇਬਾਕ ਹੋ ਕੇ ਆਪਣੀ ਰਾਏ ਵੀ ਦਿੰਦੇ ਆ ਔਰ ਜਿਹੜੇ ਲੋੜ ਹੈ ਕਰਨ ਦੀ ਉਸ ਗੱਲ ਬਾਰੇ ਉਹ ਸੱਦਾ ਵੀ ਦਿੰਦੇ ਆ ਤੇ ਆਪ ਵੀ ਉਹ ਇਹਨਾਂ ਗੱਲਾਂ ਲਈ ਸੰਘਰਸ਼ ਕਰਦੇ ਆ, ਲੜਦੇ ਆ। ਤੇ ਡਾਕਟਰ ਪਿਆਰੇ ਲਾਲ ਜੀ ਗਰਗ ਦਾ ਸਵਾਗਤ ਹੈ। ਗਰਗ ਸਾਹਿਬ ਤੁਹਾਡਾ। ਡਾਕਟਰ ਸਾਹਿਬ ਸ਼ੁਕਰੀਆ ਜੀ, ਬਹੁਤ ਬਹੁਤ ਜੰਡ ਸਾਹਿਬ। ਇਹ ਡਾਕਟਰ ਸਾਹਿਬ ਜਿਹੜੀ ਇਹ ਸਥਿਤੀ ਬਣੀ ਹੈਗੀ ਹੈ, ਨਾਮ ਬਦਲਣ ਦਾ ਕੀ ਕੁਝ ਬਦਲੇਗਾ ਜਾਂ ਬੁੱਤ ਸੁਭਾਸ਼ ਚੰਦਰ ਬੋਸ ਦਾ ਉੱਥੇ ਲਾਉਣ ਨਾਲ ਕੁਝ ਬਦਲੇਗਾ? ਤੇ ਲੋਕਾਂ ਦੇ ਮਾਮਲੇ ਤਾਂ ਉੱਥੇ ਦੇ ਉੱਥੇ ਖੜੇ। ਤੁਸੀਂ ਇਸ ਨੂੰ ਕਿਸ ਨਜ਼ਰੀਏ ਤੋਂ ਦੇਖਦੇ ਹੋ ਤੇ ਇਹਦੇ ਕੀ ਅਰਥ ਲੈਂਦੇ ਹੋ? ਦੇਖੋ ਜੰਡੂ ਸਾਹਿਬ, ਅਸੀਂ ਨਾ ਸਾਰੇ ਸਮਾਜ ਨੂੰ ਇਸ ਤਰੀਕੇ ਨਾਲ ਬੁਣਿਆ ਵੀ ਕਿਤਾਬ 'ਚ ਕੀ ਲਿਖਿਆ ਇਹ ਦੇਖਣ ਦੀ ਲੋੜ ਨਹੀਂ, ਜਿਲਦ ਕਿੰਨੀ ਸੋਹਣੀ ਹੈ ਇਹ ਦੇਖੀ ਜਾਓ। ਜਿਲਦ ਉੱਤੇ ਜੀ ਚੰਗਾ ਕੱਪੜਾ ਚੜਾ ਦਿਓ, ਚੰਗਾ ਕਾਗਜ਼ ਚੜਾ ਦਿਓ, ਬਸ ਇਹ ਰੰਗਦਾਰ ਬਣਾ ਦਿਓ, ਚਿੱਤਰ ਬਣਾ ਦਿਓ। ਸੋ ਇੱਕ ਤਾਂ ਅਸੀਂ ਦਿਖਾਵੇ 'ਚ ਪੈ ਗਏ। ਅਸੀਂ ਅਸਲੀ ਮੁੱਦਿਆਂ ਵੱਲ, ਜਿਵੇਂ ਤੁਸੀਂ ਕਿਹਾ ਹੀ ਹੈ, ਚਾਹੇ ਉਹ ਭੁੱਖਮਰੀ ਹੈ, ਚਾਹੇ ਬੇਰੁਜ਼ਗਾਰੀ ਹੈ, ਚਾਹੇ ਸਿੱਖਿਆ ਹੈ, ਚਾਹੇ ਸਿਹਤ ਹੈ, ਚਾਹੇ ਪਰਿਆਵਰਨ ਹੈ, ਚਾਹੇ ਆਪਣਾ ਨਸ਼ਿਆਂ ਦੀ ਸਮੱਸਿਆ ਹੈ, ਚਾਹੇ ਇੱਥੇ ਭ੍ਰਿਸ਼ਟਾਚਾਰ ਦੀ ਸਮੱਸਿਆ ਹੈ, ਚਾਹੇ ਤਸਕਰਾਂ ਦੀ ਸਮੱਸਿਆ, ਅਸੀਂ ਕਿਸੇ ਵੀ ਸਮੱਸਿਆ ਨਾਲ ਜੂਝ ਨਹੀਂ ਰਹੇ, ਬਲਕਿ ਉਸ ਸਮੱਸਿਆ ਨੂੰ
ਇੱਕ ਪਾਸੇ ਦਰਕਨਾਰ ਕਰਕੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹ ਸਮੱਸਿਆ ਦੀ ਜ਼ਿੰਮੇਵਾਰੀ ਅਸੀਂ ਕਹਿ ਦਈਏ ਕਿ ਇੱਕ ਦੂਜੀ ਕਮਿਊਨਿਟੀ ਦੇ ਉੱਤੇ ਹੈ, ਲੋਕਾਂ ਨੂੰ ਲੜਾਉਣ ਦੇ ਉੱਤੇ ਤੁਰੇ ਹੋਏ ਹਾਂ। ਦੂਜਾ, ਕਿਉਂਕਿ ਅਸੀਂ ਉਧਰ ਤਾਂ ਲੋਕਾਂ ਨੂੰ ਲੜਾ ਰਹੇ ਹਾਂ, ਦੂਜੇ ਪਾਸੇ ਕੋਸ਼ਿਸ਼ ਇਹ ਕਰ ਰਹੇ ਹਾਂ ਕਿ ਅਸੀਂ ਇਤਿਹਾਸ ਤਾਂ ਬਣਾ ਨਹੀਂ ਸਕਦੇ, ਨਾ ਅਸੀਂ ਕਦੇ ਬਣਾਇਆ ਹੈ। ਜਿਹੋ ਜਿਹਾ ਇਤਿਹਾਸ ਬਣਿਆ ਉਹੋ ਜਿਹਾ ਸਾਡੇ ਸਭ ਦੇ ਸਾਹਮਣੇ ਹੈ। ਪਰ ਜਿਹੜਾ ਬਣਿਆ ਹੋਇਆ ਬਣਾਇਆ ਗਿਆ ਇਤਿਹਾਸ ਹੈ, ਆਜ਼ਾਦੀ ਦੀ ਗੁਲਾਟੀਆਂ ਨੇ, ਆਜ਼ਾਦੀ ਦੇ ਪਰਵਾਨਿਆਂ ਨੇ ਆਪਣੀਆਂ ਜੀਵਨ ਦੇ ਕੇ, ਕਾਲੇ ਪਾਣੀ ਦੀਆਂ ਜੇਲ੍ਹਾਂ 'ਚ ਰਹਿ ਕੇ, 18-18, 20-20, 25-25 ਸਾਲ ਦੀ ਉਮਰ 'ਚ ਫਾਂਸੀਆਂ ਚੱਲ ਕੇ, ਤੋਪਾਂ ਨਾਲ ਉਡਾਏ ਜਾਣ ਤੇ, ਉਹ ਜਿਹੜਾ ਸਾਡਾ ਇਤਿਹਾਸ ਹੈ, ਉਸ ਇਤਿਹਾਸ ਨੂੰ ਅਸੀਂ ਨਾਮ ਬਦਲ ਕੇ ਕੁਛ ਕਹਿੰਦੇ, ਬੰਬਈ ਦਾ ਮੁੰਬਈ ਰੱਖ ਦਿਓ ਜੀ, ਹੈ ਤੇ ਆਹ ਫਲਾਣਾ ਇਸ ਦਾ ਆਹ ਰੱਖ ਦਿਓ ਜੀ, ਇਹਦਾ ਆਹ ਰੱਖ ਦਿਓ ਜੀ। ਹੁਣ ਕਰਤੱਵਯ ਪੱਥ ਵੀ ਤੁਸੀਂ ਪੁੱਛੋ ਇਹਨਾਂ ਨੂੰ ਵੀ ਕਰਤੱਵ ਪੱਥ ਨਾਲ ਫਿਰ ਕਰਤੱਵਯ ਹੋਣ ਲੱਗ ਜੂਗਾ? ਕੀ ਸਰਕਾਰ, ਕੇਂਦਰ ਸਰਕਾਰ ਦੇ ਸਚਿਵਾਲਿਆ 'ਚ ਜੋ ਕੁਛ ਹੋ ਰਿਹਾ ਹੈ, ਕੀ ਉਹ ਫਿਰ ਠੀਕ ਹੋਣ ਲੱਗ ਜਾਏਗਾ? ਕਰਤੱਵ ਹੋਣ ਲੱਗ ਜਾਏਗਾ, ਕਰਤੱਵ ਨਿਭਾਏਗਾ? ਕੀ ਸਾਡੇ ਸਿਆਸਤਦਾਨ, ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ, ਸਾਡੇ ਗ੍ਰਹਿ ਮੰਤਰੀ ਜੀ ਸੱਚੀ-ਮੁੱਚੀ ਆਪਦਾ ਕਰਤੱਵ ਨਿਭਾਉਣਗੇ? ਕਿਉਂਕਿ ਕਰਤੱਵ ਪੱਥ ਹੈ ਨਾ, ਕਰਤੱਵ ਨਹੀਂ, ਪੱਥ ਤੇ ਜਾਣਾ ਨਾ। ਉਹ ਤਾਂ ਡਾਕਟਰ ਸਾਹਿਬ ਇੱਕ ਬੜੀ ਦਿਲਚਸਪ ਗੱਲ ਹੈ ਕਿ ਜੀ। ਕਾਂਗਰਸ ਦੇ ਆਗੂ ਸ਼ਸ਼ੀ ਥਰੂਰ ਉਹਨਾਂ ਨੇ ਕਿਹਾ ਹੈ ਕਿ ਹੁਣ ਇਹ ਵੀ ਚਾਹੀਦਾ ਹੈ ਕਿ ਜਿਹੜੇ ਰਾਜ ਭਵਨ ਹੈ ਉਹਨਾਂ ਦਾ ਨਾਮ ਵੀ ਕਰਤੱਵਯ ਭਵਨ ਰੱਖ ਦੇਣਾ ਚਾਹੀਦਾ। ਆਹੋ, ਉਹਨੇ ਵੀ ਕਿਹਾ ਅੱਜ। ਤੇ ਉਹ ਜਿਹੜਾ ਕਹਿਣ ਦੀ ਗੱਲ ਹੈ ਇਹੋ ਜਿਹੀ ਹੈ ਜਿਵੇਂ ਕਿਸੇ ਜ਼ਮਾਨੇ ਦੇ ਵਿੱਚ ਕਾਂਗਰਸ ਸਰਕਾਰ ਨੇ ਜਿਹੜੀਆਂ ਰੇਲਾਂ 'ਚ ਨਾ ਅੱਗੇ ਇੱਕ ਥਰਡ ਕਲਾਸ ਦਾ ਡੱਬਾ ਹੁੰਦਾ ਸੀ, ਜੀ ਜੀ ਜੀ। ਤੇ ਫਸਟ, ਸੈਕੰਡ ਐਂਡ ਥਰਡ। ਉਹ ਜਿਹੜਾ ਥਰਡ ਕਲਾਸ ਸੀ ਉਹ ਤੇ ਫੱਟੀਆਂ ਰਾਤੋਂ ਰਾਤ ਲਾਤੀਆਂ ਵੀ ਹੁਣ ਇਹ ਸੈਕੰਡ ਕਲਾਸ ਹੋਏਗਾ। ਡੱਬੇ ਉਹੀ ਨੇ, ਡੱਬੇ ਬਲਕਿ ਉਦੋਂ ਵੀ ਬੱਤਰ ਹੋ ਗਏ, ਉਦੋਂ ਵੀ ਜ਼ਿਆਦਾ ਉਹਦੇ 'ਚ ਭੀੜ ਕੁਰਬਰ ਕਰ, ਅੱਗੇ ਤਾਂ ਡੱਬੇ 'ਚ ਫਿਰ ਬੈਠਣ ਨੂੰ ਜਗ੍ਹਾ ਮਿਲ ਜਾਂਦੀ ਸੀ, ਹੁਣ ਬੈਠਣ ਨੂੰ ਵੀ ਜਗ੍ਹਾ ਨਹੀਂ ਮਿਲਦੀ। ਕਈ ਵਾਰੀ ਛੱਤਾਂ 'ਤੇ ਬੈਠ ਕੇ ਲੋਕ ਜਾਂਦੇ ਨੇ, ਪਰ ਉਹ ਡੱਬੇ ਕਹਿਤਾ ਵੀ ਹੁਣ ਇਹ ਦੂਜੇ ਦਰਜੇ ਦਾ ਜੀ, ਹੁਣ ਤੀਜਾ ਦਰਜਾ ਨਹੀਂ ਰਿਹਾ। ਸੋ ਕਿਤੇ ਫੱਟਾ ਬਦਲਣ ਨਾਲ, ਕਿਤੇ ਬਾਹਰਲੀ ਦਿੱਖ ਬਦਲਣ ਨਾਲ ਉਹਦੀ ਆਪਦੀ ਮਹੱਤਤਾ ਹੁੰਦੀ ਹੈ। ਪਰ ਜੇ ਤੁਸੀਂ ਕੂੜਾ ਇਕੱਠਾ ਕਰਕੇ ਦਰੀ ਦੇ ਥੱਲੇ ਦੱਬਣਾ ਹੋਵੇ, ਫਿਰ ਤੁਹਾਡਾ ਰੋਗ ਨਹੀਂ ਦੂਰ ਹੋਣਾ, ਕਿਉਂਕਿ ਕੂੜਾ ਤਾਂ ਦਰੀ ਦੇ ਥੱਲੇ ਪਿਆ। ਉਹਦੇ ਚੋਂ ਜਿਹੜੇ ਜਰਮ ਆਉਣੇ ਨੇ, ਜੋ ਕੁਛ ਸੜਾਂਦ ਨਿਕਲਣੀ ਉਹ ਨਿਕਲੇਗੀ। ਥੋੜੇ ਦਿਨਾਂ ਵਾਸਤੇ ਉਹ ਦਰੀ ਦੇ ਥੱਲੇ ਸ਼ਾਇਦ ਤੁਹਾਨੂੰ ਘੰਟੇ 2 ਘੰਟੇ ਵਾਸਤੇ ਨਾ ਮਹਿਸੂਸ ਹੋਵੇ, ਕੋਈ ਤੁਹਾਡੇ ਆਇਆ ਗਿਆ ਉਹਨੂੰ ਸ਼ਾਇਦ ਉਦੋਂ ਨਾ ਪਤਾ ਲੱਗੇ। ਪਰ ਜੇ ਤੁਸੀਂ ਉਹ ਸੜਾਂਦ ਨੂੰ ਨਹੀਂ ਚੁੱਕਦੇ ਤਾਂ ਫਿਰ ਤਾਂ ਕੋਈ ਫਾਇਦਾ ਨਹੀਂ। ਸੋ ਸਾਡੇ ਦੇਸ਼ ਦੇ ਵਿੱਚ ਅੱਜ ਇਹ ਸਾਰਾ ਕੁਛ ਕਰਿਆ ਕਿਉਂ ਜਾ ਰਿਹਾ ਅਸਲ 'ਚ? ਕੱਲਾ ਇਹ ਨਹੀਂ ਵੀ ਨਾਂ ਬਦਲ ਕੇ ਕੁਛ ਹੈ, ਇਹ ਨਾਂ ਬਦਲਣ ਦਾ ਇੱਕ ਉਦੇਸ਼ ਹੈ। ਉਹ ਉਦੇਸ਼ ਕੀ ਹੈ? ਉਦੇਸ਼ ਇਹ ਹੈ ਕਿ ਅੱਜ ਸਰਕਾਰ ਸੰਸਾਰ ਦੇ ਸਰਮਾਏਦਾਰ ਨਾਲ, ਸੰਸਾਰ ਦੇ ਕਾਰਪੋਰੇਟ ਨਾਲ ਖੜੀ ਹੈ। ਜੋ ਵਰਲਡ ਬੈਂਕ, ਜੋ ਅੰਤਰਰਾਸ਼ਟਰੀ ਮੁਦਰਾ ਕੋਸ਼, ਇਹਨਾਂ ਨੂੰ ਜਾਂ ਜੋ ਸੰਸਾਰ ਵਪਾਰ ਜਥੇਬੰਦੀ, ਜੋ ਇਹਨਾਂ ਵਪਾਰ ਨੂੰ ਕਹਿੰਦੀ ਸੰਗਠਨ ਹੈ, ਜੀ। ਜੀ ਜੀ। WTO, ਹਾਂਜੀ ਉਹ ਹਾਂਜੀ। ਸਾਰਾ ਕੁਛ ਇਹ ਕਰਦੇ ਨੇ ਔਰ ਨਤਮਸਤਕ ਹੋ ਕੇ ਕਰਦੇ ਨੇ। ਜੀ ਕਿਉਂਕਿ ਉਹ ਕਰਨ ਦਾ ਮਤਲਬ ਇਹ ਹੈ ਕਿ ਤੁਸੀਂ ਸਾਰਾ ਕੁਛ ਜਿਹੜਾ ਸਰਕਾਰੀ ਉਹਨੂੰ ਪ੍ਰਾਈਵੇਟ ਕਰ ਦਿਓ। ਜੀ। ਜਿਹੜੀ ਲੋਕਾਂ ਨੂੰ ਸਹੂਲਤ ਦਿੰਦੇ ਹੋ ਮਾੜੀ ਮੋਟੀ, ਜਿਹੜਾ ਕਿ ਉਹਨਾਂ ਦਾ ਹੱਕ ਹੈ, ਉਹ ਤੁਸੀਂ ਬੰਦ ਕਰੋ। ਕਿਉਂਕਿ ਮੈਂ ਤਾਂ ਕਹਿਣਾ ਵੀ ਸਿਹਤ ਮਹਿਕਮੇ 'ਚ ਇੱਕ ਵਾਰੀ ਇੱਕ ਬਿਊਰੋਕਰੇਟ ਲੈ ਆਏ, ਲਓ ਜੀ ਲੋਕਾਂ ਨੂੰ ਮੁਫ਼ਤ ਸਿਹਤ ਦੇਣ ਦਾ ਕੀ ਮਤਲਬ ਹੈ? ਹੈਂ? ਡਾਕਟਰ ਅਸੀਂ ਲਾਤੇ, ਉਹ ਦੇਖ ਕੇ ਦਵਾਈ ਲਿਖ ਦੇਣ। ਮੈਂ ਕਿਹਾ ਜਿਹੜੀ ਦਵਾਈਆਂ 'ਚ ਲੁੱਟ ਹੁੰਦੀ ਆ, ਖਰੋ ਅਸੀਂ ਨਹੀਂ ਉਸ ਤਰੀਕੇ ਨਾਲ ਉਸ ਨੂੰ ਮਹਿੰਗਾ ਹੋਣ ਦਿੱਤਾ ਸਰਕਾਰੀ ਹਸਪਤਾਲਾਂ ਦੇ ਵਿੱਚ, ਜਿਸ ਤਰੀਕੇ ਨਾਲ ਇਹਨਾਂ ਨੇ 90ਵਿਆਂ ਦੇ ਵਿੱਚ ਸ਼ੁਰੂ ਕਰੀ ਸੀ ਇਹ ਮੁਹਿੰਮ, ਵੀ ਇਹਨਾਂ ਨੂੰ ਪੈਸੇ ਖਰਚਣੇ ਚਾਹੀਦੇ ਨੇ ਕੋਲੋਂ, ਬਿਨਾਂ ਪੈਸੇ ਜੀ ਖਰਚੇ ਦਾ ਕੀ ਮਤਲਬ ਹੈ? ਸੋ ਇਹ ਜਿਹੜਾ ਸਾਡਾ ਤੌਰ ਤਰੀਕਾ ਹੋ ਗਿਆ ਕਿ ਅਸੀਂ ਸਾਰਾ ਕੁਛ ਵੱਡੇ ਕਾਰਪੋਰੇਟਾਂ ਨੂੰ ਵੇਚਣਾ ਹੈ, ਸਰਮਾਏਦਾਰਾਂ ਨੂੰ ਵੇਚਣਾ ਹੈ ਤੇ ਲੋਕਾਂ ਦੇ ਰੁਜ਼ਗਾਰ ਖੋਹ ਲੈਣੇ ਨੇ। ਰੁਜ਼ਗਾਰ ਹੁਣ ਲੋਗੋਂ ਕੋ ਰੁਜ਼ਗਾਰ ਨਹੀਂ ਲੈਣਾ, ਆਰਟੀਫਿਸ਼ੀਅਲ ਇੰਟੈਲੀਜੈਂਸ ਰਾਹੀਂ, ਬਣਾਉਟੀ ਬੌਧਿਕਤਾ ਦੇ ਰਾਹੀਂ ਕੰਮ ਕਰਾਉਣਾ ਰੋਬੋਟਾਂ ਤੋਂ, ਤੇ ਲੋਕ ਬੇਰੁਜ਼ਗਾਰ ਹੋਣਗੇ। ਉਹਨਾਂ ਲੋਕਾਂ ਨੂੰ ਜਿਹੜੇ ਬੇਰੁਜ਼ਗਾਰ ਹੋਣਗੇ, ਉਹ ਸੰਸਾਰ ਦੀ ਜਿਹੜੀ ਵਪਾਰ ਜਥੇਬੰਦੀ ਆ ਉਹ ਵੀ, ਜਿਹੜੀ ਸੰਸਾਰ ਬੈਂਕ ਆ ਉਹ ਵੀ, ਜਿਹੜਾ ਅੰਤਰਰਾਸ਼ਟਰੀ ਮੁਦਰਾ ਕੋਸ਼ ਆ ਉਹ ਵੀ ਇਹ ਨਹੀਂ ਚਾਹੁੰਦੇ, ਚਾਹੇ ਸਰਕਾਰ ਜਿਹੀ ਜਿਹੀ ਮਰਜ਼ੀ ਹੋਵੇ, ਕਿ ਉਹ ਸਰਕਾਰ ਦੇ ਗਲ ਲੋਕ ਉਸ ਦੇਸ਼ ਦੀ ਦੇ ਵੀ ਪੈਣ। ਫਿਰ ਜੇ ਲੋਕਾਂ ਨੇ ਕਿਸੇ ਦੇ ਗਲ ਤਾਂ ਪੈਣਾ ਹੀ ਹੈ। ਇਸ ਕਰਕੇ ਦੋ ਗੱਲਾਂ ਕਰੋ, ਇੱਕ ਤਾਂ ਲੋਕਾਂ ਨੂੰ ਲੋਕਾਂ ਦੇ ਗਲ ਪਾਓ, ਪਰ ਫਿਰ ਵੀ ਲੋਕਾਂ ਨੂੰ ਭੁਲੇਖਾ ਹੋ ਸਕਦਾ ਹੈ ਵੀ ਸ਼ਾਇਦ ਸਰਕਾਰ ਦਾ ਕੋਈ ਕਸੂਰ ਹੈ, ਸਰਕਾਰ ਕੁਛ ਖਰਾਬ ਕਰਦੀ ਹੈ, ਫਿਰ ਸਰਕਾਰ ਨੂੰ ਕੁਛ ਕਹਿ ਸਕਦੇ ਨੇ। ਫਿਰ ਸਰਕਾਰ ਇਹ ਦਿਖਾਉਂਦੀ ਹੈ ਕਿ ਅਸੀਂ ਬਹੁਤ ਵੱਡੇ ਕੰਮ ਕਰ ਰਹੇ ਹਾਂ, ਬੜੇ ਹੀ ਮਹਾਨ ਕੰਮ ਕਰ ਰਹੇ ਹਾਂ। ਨਹੀਂ ਡਾਕਟਰ ਸਾਹਿਬ, ਇਹ ਇੱਥੇ ਮੇਰਾ ਸਵਾਲ ਹੈ ਕਿ ਜੀ, ਉਹ ਲੋਕ ਇਹ ਸਾਰਾ ਕੰਮ ਕਰ ਰਹੇ, ਉਹ ਹਾਕਮ ਧਿਰ, ਉਹ ਪਾਰਟੀ ਜਿਹੜੀ ਇਸ ਵੇਲੇ ਸੱਤਾ 'ਚ ਉਹ ਕੰਮ ਕਰ ਰਹੀ ਹੈ ਜਿਸ ਨੇ ਆਜ਼ਾਦੀ ਅੰਦੋਲਨ ਵੇਲੇ ਜਿਹੜੇ ਹੈ
ਅੰਗਰੇਜ਼ਾਂ ਦੀ ਜਿਹੜੀ ਹਕੂਮਤ ਸੀ ਉਹਦੇ ਨਾਲ ਖੜੇ ਰਹੇ। ਆਜ਼ਾਦੀ ਅੰਦੋਲਨ 'ਚ ਤਾਂ ਕਿਤੇ ਉਹਨਾਂ ਦਾ ਨਾਂ ਨਹੀਂ ਆਉਂਦਾ ਕਿ ਹਿੱਸਾ ਲਿਆ ਉਹਨੂੰ। ਨਹੀਂ, ਇਹ ਬਿਲਕੁਲ ਠੀਕ ਆ ਤੁਹਾਡੀ ਗੱਲ, ਇਹ 'ਚ ਕੋਈ ਸ਼ੱਕ ਨਹੀਂ ਹੈ। ਪਰ ਉਹ ਜਿਹੜਾ ਹੈਗਾ ਹੈ, ਉਹ ਇਸੇ ਕਰਕੇ ਤਾਂ ਉਹਨੂੰ ਢਾਹ ਰਹੀ ਹੈ। ਪੁਰਾਣੇ ਜਿਹੜੇ ਚਿੰਨ੍ਹ ਨੇ ਆਜ਼ਾਦੀ ਦੇ, ਉਹਨਾਂ ਸਾਰਿਆਂ ਨੂੰ ਮਿਟਾ ਰਹੀ ਹੈ। ਤੁਸੀਂ ਅਜੇ ਇਹ ਰਾਜਪੱਥ ਦੀ ਤਾਂ ਗੱਲ ਹੀ ਛੱਡੋ। ਜਿਹੜਾ ਅੰਡੇਮਾਨ ਨਿਕੋਬਰ ਦੀ ਜੇਲ੍ਹ ਹੈ, ਜਿਹਨੂੰ ਸੈਲੂਲਰ ਜੇਲ੍ਹ ਕਹਿੰਦੇ ਨੇ, ਜੀ, ਉਸ ਜੇਲ੍ਹ ਦੇ ਵਿੱਚ ਸਾਡੇ ਜਿਹੜੇ ਆਜ਼ਾਦੀ ਘੁਲਾਟੀਏ ਨੇ, ਪੰਜਾਬ ਦੇ ਬਹੁਤ ਹੀ ਜ਼ਿਆਦਾ ਉੱਥੇ ਕੈਦ ਰਹੇ ਨੇ। ਇੱਥੋਂ ਤੱਕ ਕਿ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ, ਜਿਹੜਾ ਉੱਥੇ ਸੀਗਾ ਆਪਣਾ ਡਾਕਟਰ ਸੀ ਜੇਲ੍ਹ ਦਾ, ਜੀ, ਤੇ ਕਿਉਂਕਿ ਮੈਂ ਡਾਕਟਰ ਖੁਦ ਹੋਣ ਦੇ ਨਾਤੇ ਮੈਨੂੰ ਪਤਾ ਜੇਲ੍ਹ ਦੇ ਡਾਕਟਰ ਦੀ ਪਾਵਰ ਕੀ ਹੁੰਦੀ ਹੈ। ਜੀ, ਜੀ, ਉਹ ਖੁਦ ਉਸੇ ਜੇਲ੍ਹ 'ਚ ਬੰਦ ਕਰਿਆ ਗਿਆ ਕਿਉਂਕਿ ਉਹ ਦੇਸ਼ ਭਗਤ ਸੀ। ਉਸ ਜੇਲ੍ਹ ਦੇ ਉੱਤੇ ਜਿੱਥੇ ਜਿੰਨੇ ਨਾਮ ਲਿਖੇ ਹੋਏ ਸੀ, ਸਾਰੇ ਜਿਹੜੇ ਉੱਥੇ ਕੈਦੀ ਰਹੇ ਨੇ, ਉਹਨਾਂ ਸਾਰਿਆਂ ਦੇ ਜਿਹੜੇ ਵੀਰ ਸਵਰਕਰ ਤੋਂ ਉੱਤੇ ਸੀਗੇ, ਯਾਨੀ ਕਿ ਵਿਨਾਇਕ ਦਮੋਦਰ ਸਵਰਕਰ, ਜਿਹਨੂੰ ਇਹ ਵੀਰ ਜੀ, ਸਵਰਕਰ ਕਹਿੰਦੇ ਨੇ, ਉਹਦੇ ਤੋਂ ਉੱਪਰ ਜਿਹੜੇ ਨਾਮ ਸੀ ਉਹ ਸਾਰੇ ਮਿਟਾਤੇ। ਮੈਂ ਕੁਛ ਦਿਨ ਪਹਿਲਾਂ ਉਹਦਾ ਜਿਹੜੇ ਇਹਨਾਂ ਨੇ ਸ਼ਿਲਾਲੇਖ ਜਿਹੇ ਬਣਾਏ ਹੋਏ ਨੇ, ਉਹ ਪੱਥਰ ਲੱਗੇ ਹੋਏ ਨੇ, ਉਹ ਦੇਖ ਰਿਹਾ ਸੀ ਵੀ ਕਿਵੇਂ ਹਾਂਜੀ, ਉਹ ਬਦਲਤੇ, ਕਿਉਂਕਿ ਇਹ ਜੀ, ਦੱਸਣਾ ਨਹੀਂ ਚਾਹੁੰਦੇ। ਫਿਰ ਵੀਰ ਸਵਰਕਰ, ਉਹਨੂੰ ਵੀਰ ਸਵਰਕਰ ਕਹਿੰਦੇ ਨੇ। ਵੀਰ ਕੌਣ ਹੁੰਦਾ ਹੈ? ਜਿਹੜਾ ਵੀਰਤਾ ਦਿਖਾਉਂਦਾ ਹੈ। ਉਹ ਤਾਂ ਜੀ, ਮਾਫੀਆ ਮੰਗ ਕੇ ਆਇਆ 4 ਵਾਰੀ ਮਾਫੀਆ, ਹੁਣ ਤਾਂ ਉਹ ਤਾਂ ਆਰਕਾਈਵ 'ਚ ਪਈਆਂ ਨੇ। ਅਜੇ ਇਹਨਾਂ ਦਾ ਕੋਈ ਪਤਾ ਨਹੀਂ ਵੀ ਆਰਕਾਈਵ 'ਚੋਂ ਕਾਗਜ਼ ਵੀ ਕੱਢ ਦੇਣ ਮੁੜ ਕੇ। ਪਿੱਛੋਂ ਜੀ, ਜੀ, ਕਹਿਣਗੇ ਇਹ ਤਾਂ ਮਾਫੀ ਓ ਨਹੀਂ ਮੰਗੀ ਸੀ ਅਸੀਂ। ਅਜੇ ਤਾਂ ਜੀ, ਇਹਨਾਂ ਦਾ ਬਿਰਤਾਂਤ ਇਹ ਸਿਰਜਿਆ ਹੋਇਆ ਹੈ ਕਿ ਨਹੀਂ ਜੀ, ਮਾਫੀ ਤਾਂ ਉਹਨੇ ਤਾਂ ਮੰਗੀ ਸੀ ਵੀ ਬਾਹਰ ਆ ਕੇ ਉਹ ਸੇਵਾ ਕਰੇਗਾ। ਜਿਹੜੀ ਜੀ, ਸੇਵਾ ਕਰੀ ਆਪਾਂ ਨੂੰ ਪਤਾ ਹੀ ਹੈ। ਉਹਨੇ ਬਾਹਰ ਆ ਕੇ ਦੱਸਿਆ ਵੀ ਹਿੰਦੂ ਕੌਣ ਨੇ। ਇਹੀ ਅੰਗਰੇਜ਼ ਚਾਹੁੰਦਾ ਸੀ। 25 ਦੇ ਵਿੱਚ ਉਹਨੇ ਇੱਕ ਪੈਂਫਲੇਟ ਲਿਖਿਆ, ਜਿਹਦੇ ਵਿੱਚ ਹਿੰਦੂਆਂ ਦੀ ਉਹਨੇ ਆਪਦੇ ਵੱਲੋਂ ਹਿੰਦੂਤਵ ਦੀ ਬਲਕਿ ਹਿੰਦੂਵਾਦ ਕੀ ਹੈ, ਜਿਹਦੇ ਉੱਤੇ ਅੱਜ ਬੀਜੇਪੀ ਚੱਲ ਰਹੀ ਹੈ, ਉਹਦੀ ਪਰਿਭਾਸ਼ਾ ਦਿੱਤੀ। ਸੋ ਅੱਜ ਇਹ ਦਿਖਾਵਾ ਕਰਨਾ ਚਾਹੁੰਦੇ ਨੇ ਕਿ ਅਸੀਂ ਕੁਝ ਕਰ ਵੀ ਰਹੇ ਹਾਂ ਤਾਂ ਕਿ ਲੋਕ ਸਾਡੇ ਗੱਲ ਬਿਲਕੁਲ ਹੀ ਨਾ ਪੈਣ। ਉਹ ਕਰ ਜੀ, ਰਹੇ ਕੀ ਕਰਦੇ ਨੇ? ਇਹ ਥਾਵਾਂ ਦੇ ਨਾਮ ਬਦਲ ਰਹੇ ਨੇ, ਇਹ ਮੰਦਰਾਂ ਮਸਜਿਦਾਂ ਦੇ ਨਾਮ ਬਦਲ ਰਹੇ ਨੇ, ਕਿਤੇ ਕਿਸੇ ਚੀਜ਼ ਨੂੰ ਢਾਹ ਕੇ ਨਵੀਂ ਬਣਾ ਰਹੇ ਨੇ, ਕਿਤੇ ਬੇਲੋੜੀ ਬਣਾ ਰਹੇ ਨੇ। ਜੇ ਜਿਹੜੀ ਚੀਜ਼ ਪਹਿਲਾਂ ਹੈਗੀ ਹੈ, ਪੈਸਾ ਸ਼ਰੇਆਮ ਖਰਚ ਰਹੇ, ਕਿਉਂਕਿ ਆਪਦੇ ਤੇ ਖਰਚਣਾ ਦੂਜੇ ਪਾਸੇ ਵੀ ਖਰਚਦੇ ਨੇ। ਜਿਹੜਾ ਪ੍ਰਧਾਨ ਮੰਤਰੀ 10,000 ਦਾ 10 ਲੱਖ ਦਾ ਕੋਟ ਪਾ ਸਕਦਾ ਹੈ, 8,000 ਕਰੋੜ ਦੇ ਹਵਾਈ ਜਹਾਜ਼ ਚੜ੍ਹ ਸਕਦਾ ਹੈ, 25,000 ਕਰੋੜ ਦਾ ਵਿਸਤਾ ਪ੍ਰੋਜੈਕਟ ਬਣਵਾ ਸਕਦਾ ਹੈ, ਤੇ ਜਦ ਕਿ ਦੇਸ਼ ਦੀ ਜਨਤਾ ਭੁੱਖੀ ਮਰਦੀ ਹੋਵੇ। ਇਹ ਦੇਖੋ ਜਿਹੜਾ ਤੁਸੀਂ ਇਹ 10 ਲੱਖ ਰੁਪਏ ਦੇ ਸੂਟ ਵਾਲੀ ਗੱਲ ਕੀਤੀ। ਤੁਸੀਂ ਹੁਣ ਦੇਖੋ ਜੀ, ਕਿ ਭਾਰਤ ਜੋੜੋ ਯਾਤਰਾ ਜਿਹੜੀ ਕਾਂਗਰਸ ਦੀ, ਉਹਦੇ ਵਿੱਚ ਜੀ, ਰਾਹੁਲ ਗਾਂਧੀ ਬਾਰ-ਬਾਰ ਇਸ ਗੱਲ ਤੇ ਜ਼ੋਰ ਲਾ ਰਹੇ ਹੈ ਕਿ ਸਾਡੀ ਜਿਹੜੀ ਲੜਾਈ ਹੈ, ਅਸੀਂ ਲੋਕਾਂ ਜੀ, ਨੂੰ ਜਿਹੜੀ ਇਹ ਨਫ਼ਰਤ ਹੈ, ਜਿਹੜਾ ਡਰ ਹੈ, ਉਸ ਦੇ ਵਿੱਚੋਂ ਕੱਢਣ ਲਈ, ਦੇਸ਼ ਦੇ ਅੰਦਰ ਉਸ ਨੂੰ ਖਤਮ ਕਰਨ ਦੇ ਲਈ, ਉਸ ਮਾਹੌਲ ਨੂੰ ਅਸੀਂ ਇਹ ਯਾਤਰਾ ਕਰ ਰਹੇ ਹਾਂ, ਅਸੀਂ ਇਸ ਲੜਾਈ 'ਚ ਅੱਗੇ ਵਧ ਰਹੇ ਹਾਂ। ਇੱਕ ਜੀ, ਦੂਸਰਾ ਉਹ ਨਾਲ ਹੀ ਇਹ ਗੱਲ ਵੀ ਕਹਿੰਦੇ ਆ ਕਿ ਅਸੀਂ ਜਿਹੜਾ ਹੈਗਾ ਹੈ, ਦੇਸ਼ ਦੇ ਅੰਦਰ ਜੋ ਕੁਝ ਬੁਨਿਆਦੀ ਮਸਲੇ ਹੈ, ਜੀ, ਉਹਨਾਂ ਦਾ ਵੀ ਹੱਲ ਚਾਹੁੰਦੇ ਆ। ਬੇਰੁਜ਼ਗਾਰੀ ਹੈ, ਮਹਿੰਗਾਈ ਹੈ, ਉਸ ਦੇ ਲਈ ਅਸੀਂ ਯਾਤਰਾ ਕਰ ਰਹੇ ਹਾਂ। ਔਰ ਨਾਲ ਦੀ ਨਾਲ ਅਸੀਂ ਯਾਤਰਾ ਕਰ ਰਹੇ ਹਾਂ ਕਿ ਬੀਜੇਪੀ ਨੇ ਤੇ ਆਰਐਸਐਸ ਨੇ ਜਿਹੜੀਆਂ ਨੀਤੀਆਂ ਲਿਆ ਕੇ ਦੇਸ਼ ਨੂੰ ਬਰਬਾਦ ਕੀਤਾ ਹੈ, ਦੇਸ਼ ਨੂੰ ਉਹਨਾਂ ਨੀਤੀਆਂ ਨੂੰ ਵਿਰੋਧ ਕੀਤਾ ਜਾ ਸਕੇ, ਉਹਨਾਂ ਦੇ ਮੁਖਾਲਫਤ ਹੋ ਸਕੇ, ਉਹਨਾਂ ਨੂੰ ਬਦਲਿਆ ਜਾ ਸਕੇ ਲੋਕਾਂ ਨੂੰ ਨਾਲ ਲੈ ਕੇ। ਪਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਭਾਰਤੀ ਜਨਤਾ ਪਾਰਟੀ ਦੇ ਆਗੂ ਜਾਂ ਹਾਕਮ ਧਿਰ ਜਿਹੜੇ ਗ੍ਰਹਿ ਮੰਤਰੀ ਹੈ ਜਾਂ ਉਹਨਾਂ ਦੇ ਹੋਰ ਜਿਹੜੇ ਬੁਲਾਰੇ ਹੈ, ਉਹ ਇਹਨਾਂ ਗੱਲਾਂ ਦਾ ਜਵਾਬ ਦੇਣ ਦੀ ਥਾਂ ਦੇ ਉੱਤੇ ਇਹ ਕਹਿ ਰਹੇ ਹੈ ਕਿ ਰਾਹੁਲ ਗਾਂਧੀ ਨੇ ਟੀ-ਸ਼ਰਟ ਪਾਈ ਹੈ ਬਰਬਰੀ ਦੀ 41,000 ਰੁਪਏ ਵਾਲੀ ਬ੍ਰਾਂਡਡ। ਤਾਂ ਇਸ ਦੇ ਤੁਸੀਂ ਕੀ ਅਰਥ ਲੈਂਦੇ ਹੋ? ਇਹ ਵੀ ਤਾਂ ਉਸੇ ਕੜੀ 'ਚ ਹੀ ਜਾ ਰਹੀ ਸਾਰੀ ਗੱਲ। ਦੇਖੋ ਗੱਲ ਇਹ ਹੈ ਜੰਡੂ ਸਾਹਿਬ, ਬਈ ਕਹਿੰਦੇ ਨੇ ਵੀ ਦੂਜੇ ਦੀ ਅੱਖ ਦੇ ਵਿੱਚ ਤਾਂ ਕਣ ਵੀ ਦਿਖ ਜਾਂਦਾ, ਆਪਦੀ ਅੱਖ 'ਚ ਸ਼ਤੀਰ ਵੀ ਨਹੀਂ ਦਿਖਦਾ। ਇਹਨਾਂ ਨੂੰ ਜੀ, ਆਪਦੀ ਜੀ, ਪੀੜ੍ਹੀ ਥੱਲੇ ਤਾਂ ਸੋਟਾ ਫੇਰਨਾ ਨਹੀਂ ਆਉਂਦਾ। ਕਹਿੰਦੇ ਛੱਜ ਤਾਂ ਬੋਲੇ ਤੇ ਛਾਲਨੀ ਕੀ ਬੋਲੇ। ਇਹ ਜੀ, ਛੱਜ ਦੀ ਬਜਾਏ ਇਹ ਛਾਲਨੀਆਂ ਹੀ ਬੋਲ ਰਹੀਆਂ ਨੇ। ਸੋ ਇਹ ਜਿਹੜਾ ਅਮਿਤ ਸ਼ਾਹ ਜੀ ਦਾ ਕਹਿਣਾ ਹੈ, ਜਿਹੜਾ ਮੋਦੀ ਸਾਹਿਬ ਦੇ ਬਾਰ-ਬਾਰ ਇਹ ਨੇ ਵੀ ਇਹ 43,000 ਕਿ 43,000 ਦੀ ਸ਼ਰਟ ਵੀ ਜੇ ਪਾਈ ਹੈ ਤਾਂ ਮੈਨੂੰ ਲੱਗਦਾ ਵੀ ਜੀ, ਕਾਫ਼ੀ ਜੀ, ਬਹੁਤ ਮਹਿੰਗੀ ਹੈ। 43,000 ਰੁਪਈਆ ਇਹ ਨਹੀਂ ਹੈ, ਮੈਂ ਕਹਿੰਦਾ ਵੀ ਉਹਦੇ ਆਪਦੇ ਪੈਸੇ ਜਾਂ ਨਾ ਪੈਸੇ ਦਾ ਸਵਾਲ ਹੈ। ਤੇ ਮੈਨੂੰ ਜੇ ਇਹੋ ਜਿਹਾ ਕੱਪੜਾ ਕੋਈ ਲੈ ਕੇ ਵੀ ਦੇਣਾ ਚਾਹੇ, ਮੈਂ ਤਾਂ ਵੀ ਨਹੀਂ ਲੈਂਦਾ। ਮੈਂ ਕਹਾਂਗਾ ਇਹ ਪੈਸੇ ਕਿਤੇ ਹੋਰ ਲਾ ਦਾਂਗੇ। ਕਿਉਂਕਿ ਤੁਸੀਂ ਆਪਦੇ ਸਰੀਰ ਤੇ ਚੰਮ ਚਾੜਨਾ ਜਿਹੜਾ, ਉਹਨੂੰ ਸਸਤੇ ਤੋਂ ਸਸਤਾ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਿਵੇਂ ਮਹਾਤਮਾ ਗਾਂਧੀ ਨੇ ਕਿਹਾ ਸੀ, ਸ਼ਾਇਦ ਸਾਰੇ ਭੁੱਲ ਗਏ ਨੇ ਕਾਂਗਰਸੀ ਵੀ, ਕਿ ਜਦ ਗੋਲਮੇਜ ਕਾਨਫਰੰਸ 'ਚ ਗਏ ਸੀ ਇੰਗਲੈਂਡ ਦੇ ਵਿੱਚ, ਤੇ ਉੱਥੇ ਇੰਗਲੈਂਡ ਦੇ ਬਾਦਸ਼ਾਹ ਨੇ ਉਹਨਾਂ ਨੂੰ ਆਖਿਆ ਵੀ ਮਿਸਟਰ ਗਾਂਧੀ, ਤੁਸੀਂ ਇੱਥੇ ਰਾਇਲ ਉਸ ਦੇ ਵਿੱਚ ਆ ਰਹੇ ਸੀਗੇ ਮੀਟਿੰਗ ਦੇ ਵਿੱਚ, ਸ਼ਾਹੀ ਮੀਟਿੰਗ ਦੇ ਵਿੱਚ, ਤੇ ਤੁਹਾਨੂੰ ਘੱਟੋ ਘੱਟ ਕੱਪੜੇ ਤਾਂ ਪਾ ਕੇ ਆ ਜਾਣੇ ਚਾਹੀਦੇ ਸੀ, ਆ ਧੋਤੀ ਨਾਲ ਆ ਗਏ। ਹੂੰ, ਤਾਂ ਮਹਾਤਮਾ ਗਾਂਧੀ ਜੀ ਨੇ ਕਿਹਾ ਸੀ ਵੀ
ਤੁਸੀਂ ਮੇਰੇ ਦੇਸ਼ ਦੇ 10 ਬੰਦਿਆਂ ਦੇ ਕੱਪੜੇ ਕਦਿਆਂ ਨੇ ਪਾਏ ਹੋਏ ਨੇ। ਉਹ 10 ਬੰਦੇ ਨੰਗੇ ਨੇ, ਉਹਨਾਂ ਚੋਂ 9 ਬੰਦੇ ਹੋਰ ਨੇ, 10ਵਾਂ ਮੈਂ ਆ। ਜਿੱਦੇ ਉਹਨਾਂ 9 ਨੂੰ ਕੱਪੜੇ ਮਿਲ ਜਾਣਗੇ, ਉਦੋਂ ਬਾਅਦ ਮੈਂ 10ਵਾਂ ਕੱਪੜੇ ਪਾਊਂਗਾ। ਸੋ ਇਸ ਜੀ, ਕਰਕੇ ਮੈਂ ਧੋਤੀ 'ਚ ਹੀ ਆਇਆ ਤੇ ਧੋਤੀ 'ਚ ਹੀ ਰਹਿਣਾ। ਉਹ ਰਹੇ ਵੀ ਧੋਤੀ 'ਚ ਨੇ। ਕਹਿਣ ਨੂੰ ਤਾਂ ਅੱਜ ਬਹੁਤ ਕੁਛ ਮਹਾਤਮਾ ਗਾਂਧੀ ਬਾਰੇ ਕਿਹਾ ਜਾ ਰਿਹਾ ਹੈ, ਬੀਜੇਪੀ ਤਾਂ ਬਹੁਤ ਹੀ ਕੁਛ ਉਡਾ ਰਹੀ ਹੈ, ਹੋਰ ਉਹਨਾਂ ਦੇ ਲਾਂਛਨ ਲਾਏ ਜਾ ਰਹੇ ਨੇ, ਪਰ ਮਹਾਤਮਾ ਗਾਂਧੀ ਨੇ ਬਹੁਤ ਕੁਛ ਉਹ ਕਰਿਆ, ਜਿਹੜਾ ਦੇਸ਼ ਦੇ ਵਿੱਚ ਇੱਕ ਤਰੀਕੇ ਦੇ ਨਾਲ ਇੰਪੀਰੀਅਲਿਜ਼ਮ ਦੇ, ਜਿਹਨੂੰ ਅਸੀਂ ਕਹਾਂਗੇ ਵਿਦੇਸ਼ੀ ਤਾਕਤਾਂ ਦੇ ਕਾਫ਼ੀ ਬੁਰੀ ਤਰ੍ਹਾਂ ਖਰਾਬ ਸੀ। ਉਹਨਾਂ ਨੇ ਪਿਕਟਿੰਗ ਕਰੀ, ਉਹਨਾਂ ਨੇ ਉਹਨਾਂ ਦਾ ਕੱਪੜਾ ਸਾੜਿਆ, ਹੋਰ ਕਰਿਆ। ਨਹੀਂ ਹੁਣ ਡਾਕਟਰ ਸਾਹਿਬ ਜਦ ਮੇਰਾ ਇਹ ਇੱਥੇ ਇਹੋ ਜਿਹੀਆਂ ਅਸਲ 'ਚ ਗੱਲਾਂ ਕਰਦੇ ਨੇ, ਮੈਂ ਜੀ, ਜਿਹੜੀ ਗੱਲ ਮੇਰਾ ਕਹਿ ਰਿਹਾ, ਇੱਕ ਮੇਰਾ ਮੈਂ ਇੱਥੇ ਇੱਕ ਚੀਜ਼ ਸਵਾਲ ਅਸਲ 'ਚ ਡਾਕਟਰ ਸਾਹਿਬ ਇਹ ਸੀਗਾ ਕਿ ਮਤਲਬ ਭਾਰਤੀ ਜਨਤਾ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਹੈ, ਜਿਨ੍ਹਾਂ ਨੂੰ ਉਹ ਕਹਿੰਦੇ ਕਿ ਅਸੀਂ ਲੋਕਾਂ ਦੇ ਹੱਕ ਲਈ ਬਣਾ ਰਹੇ ਹਾਂ, ਲੋਕਾਂ ਦੇ ਹੱਕ 'ਚ ਕਾਨੂੰਨ ਬਣਾ ਰਹੇ ਹਾਂ, ਲੋਕਾਂ ਦੇ ਹਿੱਤ 'ਚ ਅਸੀਂ ਆਹ ਕਰ ਰਹੇ ਹਾਂ, ਕਿ ਉਹ ਨੀਤੀ ਉਹ ਗੱਲ ਦਾ ਜਵਾਬ ਦੇਣ ਦੀ ਥਾਂ ਤੇ ਉਹ ਕੱਪੜਿਆਂ ਦਾ ਜਵਾਬ ਦੇ ਰਹੇ, ਕੱਪੜਿਆਂ ਦੀ ਬਿਲਕੁਲ ਚਰਚਾ ਕਰ ਰਹੇ। ਮੇਰਾ ਬਿਲਕੁਲ ਸਵਾਲ ਇਹ ਠੀਕ ਹੈ। ਜਦ ਜੀ, ਕਿਸੇ ਕੋਲ ਕਹਿਣ ਨੂੰ ਕੁਛ ਨਾ ਹੋਵੇ, ਜੀ, ਅਸੀਂ ਰੋਜ਼ ਬਹਿਸਾਂ 'ਚ ਵੀ ਦੇਖਦੇ ਹਾਂ, ਤੁਸੀਂ ਜੀ ਮੈਨੂੰ ਪੁੱਠਾ ਬੋਲਿਆ, ਕਿਸੇ ਨੂੰ ਕਹਿਣਾ ਤੇਰੇ ਕੱਪੜੇ ਠੀਕ ਨਹੀਂ, ਕਿਸੇ ਨੂੰ ਕਹਿਣਾ ਤੇਰਾ ਨੱਕ ਠੀਕ ਨਹੀਂ, ਕਿਉਂਕਿ ਉਹਨਾਂ ਕੋਲ ਕਹਿਣ ਨੂੰ ਕੁਛ ਨਹੀਂ ਹੁੰਦਾ। ਸੋ ਜੀ, ਬੀਜੇਪੀ ਕੋਲੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਤਾਂ ਕੋਈ ਹੈ ਨਹੀਂ, ਨਾ ਕਰਨਾ ਚਾਹੁੰਦੀ ਹੈ। ਹੱਲ ਤਾਂ ਦੇਸ਼ 'ਚ ਹੈਗੇ ਨੇ, ਪਰ ਉਹ ਕਰਨਾ ਨਹੀਂ ਚਾਹੁੰਦੀ, ਇਸ ਕਰਕੇ ਉਹਦਾ ਜਵਾਬ ਤਾਂ ਕਿੱਥੋਂ ਦੇਣਾ? ਉਹਦਾ ਜਵਾਬ ਤਾਂ ਹੈ ਹੀ ਨਹੀਂ, ਉਹਦਾ ਜਵਾਬ ਤਾਂ ਜ਼ੀਰੋ ਹੈ, ਬਲਕਿ ਨੈਗੇਟਿਵ ਹੈ, ਨਾ ਪੱਕੀ ਹੈ। ਸੋ ਇਸ ਕਰਕੇ ਉਹਨਾਂ ਨੇ ਸਾਰੀਆਂ ਸੰਸਥਾਵਾਂ ਦੇਸ਼ ਦੀਆਂ, ਜਿਹੜੀਆਂ ਹੁਣ ਤੱਕ ਪੁਖਤਾ ਬਣੀਆਂ ਹੋਈਆਂ ਸੀ, ਉਹ ਸਾਰੀਆਂ ਤੋੜਤੀਆਂ। ਉਹਨਾਂ ਦੇ ਵਿੱਚ ਆਪਦਾ ਬੋਲਬਾਲਾ ਕਰ ਲਿਆ, ਜੋ ਚਾਹੁੰਦੇ ਨੇ ਉਹ ਹੋ ਰਿਹਾ। ਜਿਹਨੂੰ ਮਰਜ਼ੀ ਫੜ ਕੇ ਅੰਦਰ ਕਰ ਦਿੰਦੇ ਨੇ, ਜਿਹਨੂੰ ਮਰਜ਼ੀ ਫੜ ਕੇ ਛੱਡ ਦਿੰਦੇ ਨੇ। ਇਹ ਇਹਨਾਂ ਦਾ ਜਿਹੜਾ ਬੀਜੇਪੀ ਦਾ ਟੈਗ ਲਾ ਲੇ, ਉਹ ਜਿੱਡਾ ਮਰਜ਼ੀ ਚੋਰ ਹੋਵੇ, ਠੱਗ ਹੋਵੇ, ਬੇਈਮਾਨ ਹੋਵੇ, ਉਹ ਰਾਤੋਂ ਰਾਤ ਗੰਗਾ ਨਹਾ ਲੈਂਦਾ ਹੈ, ਤੇ ਜਿਹੜਾ ਦੂਜਾ ਹੈ, ਉਹ ਸ਼ਰੀਫ ਜਿੰਨਾ ਮਰਜ਼ੀ ਹੋਵੇ, ਉਹ ਦੋਸ਼ੀ ਬਣ ਜਾਂਦਾ ਹੈ। ਇਸ ਕਰਕੇ ਕਹਿੰਦੇ ਨੇ ਵੀ ਸਾਰੇ ਗੰਗਾ ਨਹਾਉਣ ਨਾਲ ਸਾਰੇ ਪਾਪ ਕਹਿੰਦੇ ਨੇ ਉਤਰ ਜਾਂਦੇ ਨੇ, ਗੁਰੂ ਗ੍ਰੰਥ ਸਾਹਿਬ 'ਚ ਜੀ, ਲਿਖਿਆ ਜੀ, ਵੀ, ਜੀ। ਕਹਿੰਦਾ ਵੀ ਉਸ ਮੁੜ ਪਾਪ ਕਮਾਈ ਜਾਂਦੇ ਨੇ, ਫਿਰ ਕਹਿੰਦੇ ਨਹਾ ਲਏ ਅਸੀਂ, ਉਹ ਉਤਰ ਗਏ। ਇਹਨਾਂ ਦਾ ਵੀ ਬੀਜੇਪੀ ਦਾ ਵੀ ਇਹੀ ਹਾਲ ਹੈ। ਉੱਥੇ ਅਸਲ ਦੇ ਨਵੇਂ ਵਿੱਚ ਕੀ ਪਾਪਾਂ ਹੈ, ਲਈ ਤਿਆਰ ਹੁੰਦੇ ਆ ਨਾ ਜੀ। ਅੱਜ ਦੇਸ਼ ਦੀ ਲੋੜ ਕਿੱਥੇ ਹੈ? ਜੀ, ਕਿਸੇ ਨੇ ਮੈਨੂੰ ਪੁੱਛਿਆ ਵੀ ਜੀ, ਤੁਸੀਂ ਤੀਰਥਾਂ ਤੇ, ਮੈਂ ਕਿਸੇ ਵੀ ਤੀਰਥ ਤੇ ਨਹੀਂ ਜਾ ਕੇ ਰਾਜੀ, ਹਾਂਜੀ, ਤੇ ਤੀਰਥਾਂ ਤੇ ਕਿਉਂ ਨਹੀਂ ਜਾਂਦੇ? ਮੈਂ ਤੀਰਥਾਂ ਹੂੰ, ਤੇ ਲੋਕ ਜਾਂਦੇ ਨੇ ਆਪਦੇ ਪਾਪ ਬਖਸ਼ਾਉਣ। ਮੈਨੂੰ ਲੱਗਦਾ ਨਹੀਂ ਵੀ ਮੈਂ ਕੋਈ ਪਾਪ ਕਰਦਾ, ਮੈਂ ਬਖਸ਼ਾਉਣਾ ਕੀ ਹੈ? ਮੇਰੇ ਕੋਲ ਹੂੰ, ਬਖਸ਼ਾਉਣ ਨੂੰ ਹੈ ਹੀ ਕੁਛ ਨਹੀਂ ਹੈ, ਹੂੰ, ਤੇ ਮੈਂ ਫਿਰ ਇਸ ਤੇ ਗੰਗਾ ਨਹਾ ਕੇ ਕੀ ਕਰਨਾ ਹੈ? ਕਦੇ ਫੁੱਲ ਜੀ, ਪਾਉਣ ਜਾਓ, ਨਹਾਈਦਾ ਵੀ ਹੈ, ਪਰ ਜੀ, ਉਦੋਂ ਤਾਂ ਫੁੱਲ ਪਾਉਣ ਗਿਆ, ਤੇ ਜੀ, ਊਂ ਗੰਗਾ ਨਹਾ ਜਾ ਕੇ ਨਹਾ ਕੇ ਕੀ ਕਰਨਾ ਹੈ? ਜੇ ਨਹਾਉਣਾ ਤਾਂ ਹੋਵੇ ਜੇ ਪਹਿਲਾਂ ਮਿੱਟੀ ਪਾਪਾਂ ਦੀ ਚੜ੍ਹਾਈ ਹੋਵੇ ਸਰੀਰ ਤੇ, ਜੀ, ਫਿਰ ਜੀ, ਤਾਂ ਜੀ, ਉੱਥੇ ਲੱਗੂਗਾ ਵੀ ਚੱਲ ਉਤਰ ਗਏ ਯਾਰ, 2-4 ਪਾਪ ਘਟੇ ਹੀ ਸੀ, ਭਾਰ ਹੀ ਘਟਿਆ ਪਾਪਾਂ ਦਾ। ਸੋ ਹਾਂਜੀ, ਜਿਹੜੇ ਜਦ ਬੰਦਾ ਆਪਦੇ ਪਾਪ ਦੇ ਨੂੰ ਧੋਣਾ ਹੁੰਦਾ ਹੈ, ਤਾਂ ਉਹ ਇਹੋ ਜਿਹੇ ਦਿਖਾਵੇ ਕਰਦਾ ਹੈ। ਔਰ ਮੋਦੀ ਜੀ, ਸਾਹਿਬ, ਅਮਿਤ ਸ਼ਾਹ ਜੀ, ਉਹ ਦਿਖਾਵੇ ਇੱਕ ਪਾਸੇ ਸਾਹਮਣੇ ਦਿਖਦਾ ਕਿ ਦੇਸ਼ ਦੀ ਸੰਸਦੀ ਪ੍ਰਣਾਲੀ ਨੂੰ ਤੋੜਨ ਵਾਸਤੇ ਕਿੰਨੇ ਜ਼ੋਰ ਨਾਲ ਲੱਗੇ ਨੇ, ਕਿ ਐਮਐਲਏ ਨੂੰ ਫੜ ਕੇ, ਜਬਰੀ ਫੜ ਕੇ ਉਹਨਾਂ ਨੂੰ ਜਰਗਮਾਲ ਬਣਾ ਰਹੇ ਨੇ, ਜੀ, ਸਰਕਾਰਾਂ ਨੂੰ ਤੋੜ ਰਹੇ ਨੇ, ਚੁਣੀਆਂ ਹੋਈਆਂ ਨੂੰ ਮੁੱਲ ਖਰੀਦ ਰਹੇ ਨੇ, ਬੰਦਿਆਂ ਨੂੰ ਸ਼ਰੇਆਮ ਪੈਸਾ ਬੋਲੀ ਲੱਗ ਰਹੀ ਹੈ। ਇੱਕ ਪਾਸੇ ਇਹ ਜੀ, ਹੋ ਜੀ, ਰਿਹਾ, ਔਰ ਸਭ ਤੋਂ ਪਹਿਲਾਂ ਜੇ ਕਿਸੇ ਪਾਰਟੀ ਦਾ ਪ੍ਰਧਾਨ ਫੜਿਆ ਗਿਆ ਸੀ ਪੈਸੇ ਲੈਂਦਾ, ਉਹ ਇਹੀ ਪਾਰਟੀ ਹੈ ਜਿਹੜੀ ਹੁਣ ਰਾਜ ਕਰਦੀ ਹੈ। ਔਰ ਬਿਲਕੁਲ ਠੀਕ, ਅੱਜ ਤੋਂ 27 ਸਾਲ ਪਹਿਲਾਂ, ਉਦੋਂ ਜੀ, ਜੀ, ਉਦੋਂ ਸਿਆਸਤਦਾਨਾਂ 'ਚ ਐਡੀ ਵੱਡੀ ਰਿਸ਼ਵਤ ਹੈ ਨਹੀਂ ਜੀ, ਸੀ। 27 ਸ਼ਾਇਦ ਸਾਲ ਉਹਨਾਂ ਦਾ ਨਾਮ ਪਹਿਲਾਂ ਬੰਗਾਰੂ ਲਕਸ਼ਮਣ ਕੁਛ ਏਦਾਂ ਬੰਗਾਰੂ ਦਾ ਸੀ। ਲਕਸ਼ਮਣ, ਮੈਂ ਜਾਣ ਕੇ ਨਹੀਂ ਲੈ ਰਿਹਾ ਨਾਮ ਹੁਣ, ਕਿਉਂਕਿ ਉਹਦਾ ਕੋਈ ਫਾਇਦਾ ਨਹੀਂ, ਇਹਨਾਂ ਦਾ ਜੀ, ਪ੍ਰਧਾਨ ਫੜਿਆ ਗਿਆ ਸੀ। ਸੋ ਜਿਹੜੀਆਂ ਪਾਰਟੀ ਇਹ ਕਰੇ, ਇਧਰੋਂ ਜੇ ਕਾਂਗਰਸ ਦਾ ਵੀ ਅਸੀਂ ਦੇਖੀਏ, ਠੀਕ ਹੈ, ਚੰਗੀ ਗੱਲ ਹੈ ਕਿ ਉਹ ਯਾਤਰਾ ਕਰ ਰਹੇ ਨੇ, ਐਨਜੀਓ ਵੀ ਉਹਨਾਂ ਦੇ ਨਾਲ ਆਈਆਂ ਨੇ, ਪਰ ਨੀਤੀਆਂ ਤਾਂ ਉਹ ਵੀ ਨਹੀਂ ਬਦਲਣਾ ਚਾਹੁੰਦੇ। ਜੀ, ਉਹ ਕਹਿੰਦੇ ਨੇ ਵੀ ਇਹ ਠੀਕ ਹੋਣਾ ਚਾਹੀਦਾ ਨੀਤੀ, ਜਿੰਨਾ ਚਿਰ ਤੁਸੀਂ ਜਿਹੜਾ ਸਾਡਾ ਵਿਕਾਸ ਦਾ ਮਾਡਲ ਹੈ, ਸਰਮਾਏਦਾਰਾਂ ਨੂੰ ਦੇਣਾ, ਮੁਨਾਫਾ ਤੋਂ ਮੁਨਾਫਾ, ਅੰਨੇ ਮੁਨਾਫੇ ਕਮਾਉਣ ਵਾਲਾ, ਕਾਰਪੋਰੇਟ ਮਾਡਲ ਜਿਹੜਾ ਕਾਰਪੋਰੇਟ ਮਾਡਲ ਹਾਂ, ਜਿਹੜਾ ਕਾਰਪੋਰੇਟਾਂ ਨੂੰ ਤੁਸੀਂ ਸਭ ਕੁਝ ਦੇਈ ਜਾ ਰਹੇ ਹੋ, ਉਹਨੇ ਉਹ ਸਰਮਾਏਦਾਰਾਂ ਦੀ ਅਗਲੀ ਸਟੇਜ ਆ ਜੀ, ਕਾਰਪੋਰੇਟ, ਜੀ, 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 ਤੇ ਜੀ, ਜਿਹੜਾ ਸਾਰਾ ਕੁਝ ਤੁਸੀਂ ਉਹਨਾਂ ਦੇ ਹਵਾਲੇ ਕਰੀ ਜਾ ਰਹੇ ਹੋ, ਉਹਨੂੰ ਜਿੰਨਾ ਚਿਰ ਤੁਸੀਂ ਬਦਲ ਕੇ ਇੱਥੋਂ ਦੇ ਵਾਤਾਵਰਣ ਦੇ ਅਨੁਸਾਰ, ਇੱਥੋਂ ਦੇ ਅਰਥਚਾਰੇ ਦੇ ਅਨੁਸਾਰ, ਇੱਥੋਂ ਦੇ ਲੋਕਾਂ ਦੀਆਂ ਲੋੜਾਂ ਦੇ ਅਨੁਸਾਰ ਤੁਸੀਂ ਇੱਥੇ ਵਸਤਾਂ ਪੈਦਾ ਕਰਨੀਆਂ ਨਹੀਂ ਸ਼ੁਰੂ ਕਰਦੇ, ਉਦੋਂ ਤੱਕ ਤੁਸੀਂ ਨਾ ਤਾਂ ਰੁਜ਼ਗਾਰ ਦੇ ਸਕੋ, ਨਾ ਭ੍ਰਿਸ਼ਟਾਚਾਰ ਖਤਮ ਕਰ ਸਕੋ। ਸੋ ਇਸ ਕਰਕੇ ਜਿਹੜਾ ਉਹਦੇ ਉੱਤੇ ਹਮਲਾ ਕਰਨ ਦੀ ਲੋੜ ਹੈ, ਉਹ ਬੇਸਿਕ ਨੀਤੀਆਂ ਦੇ ਉੱਤੇ ਕਰਨ ਦੀ ਲੋੜ ਹੈ। ਚੰਗੀ ਗੱਲ ਹੈ, ਕਿਉਂਕਿ ਅੱਜ ਤੱਕ ਪਿਛਲੇ 30 ਸਾਲ 'ਚ ਕਾਂਗਰਸ ਨੇ ਕੋਈ ਯਾਤਰਾ ਜਾਂ ਕਿਸੇ ਪੋਲੀਟੀਕਲ ਪਾਰਟੀ ਨੇ ਕਰੀ ਨਹੀਂ ਸੀ। ਇੱਕੋ ਜਿਹੜਾ ਅੰਨਾ ਦਾ ਅੰਦੋਲਨ ਹੋਇਆ ਸੀ, ਉਹ ਐਵੇਂ ਇੱਕ ਦਿਖਾਵਾ ਟਾਈਪ ਸੀਗਾ, ਸਟੇਜ ਮੈਨੇਜ ਸੀ ਜ਼ਿਆਦਾ, ਉਹ ਬਹੁਤ ਕੰਮ ਮੈਂ, ਕਿਉਂਕਿ ਉੱਥੇ ਜਾ ਕੇ ਪੂਰਾ ਦਿਨ ਲਾ ਕੇ ਆਪ ਦੇਖ ਕੇ ਆਇਆ। ਉੱਥੇ 10-11 ਹਜ਼ਾਰ ਬੰਦਾ ਸੀ ਉਸ ਦਿਨ, ਤੇ ਇਹ ਆਪਣੇ ਕਿਰਨ ਬੇਦੀ ਜੀ ਉਹਦੇ ਸਟੇਜ ਸਕੱਤਰ ਸੀਗੇ, ਤੇ ਮੈਂ ਦੇਖ ਕੇ ਆਇਆ ਉੱਥੇ ਕੀ ਹਾਲ, ਪੂਰਾ ਦਿਨ ਰਿਹਾ ਮੈਂ ਉੱਥੇ ਮੈਦਾਨ ਦੇ ਵਿੱਚ,
ਝੋ ਛੱਡ ਸੀਗੇ, ਖਾਲੀ ਪਏ ਸੀਗੇ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਵੀ ਦੇਸ਼ ਦੇ ਵਿੱਚ ਅੱਜ ਅੰਦੋਲਨ ਦੀ ਲੋੜ ਹੈ। ਇਹ ਪਾਣੀ ਖੜਾ ਹੋ ਗਿਆ, ਇਹਦੇ ਚੋਂ ਜੀ ਸੜਿਆੰਦ ਮਾਰਨ ਲੱਗ ਗਈ। ਹੁਣ ਇਹ ਪਾਣੀ ਮਾੜਾ ਮੋਟਾ ਬਦਲ ਕੇ ਇੱਕ ਛੋਟੀ ਮੋਟੀ ਬੰਬੀ ਲਾ ਕੇ ਜਾਂ ਛੋਟੀਆਂ ਮੋਟੀਆਂ ਬਾਲਟੀਆਂ ਦੇ ਨਾਲ ਇਹ ਪਾਣੀ ਠੀਕ ਨਹੀਂ ਹੋ ਸਕਦਾ। ਹੁਣ ਇਹਨੂੰ ਜੀ ਪੂਰੀ ਤਰ੍ਹਾਂ ਰਿੜਕਣ ਦੀ ਲੋੜ ਹੈ। ਉਹ ਰਿੜਕਣ ਵਾਸਤੇ ਜਨਤਾ ਨੂੰ ਉੱਠਣਾ ਪੈਣਾ ਹੈ, ਤਾਂ ਕਿ ਅੱਜ ਜਿਹੜੇ ਲੀਡਰ ਦਫ਼ਤਰਾਂ 'ਚ ਬਹਿ ਕੇ ਬਿਆਨ ਦੇ ਕੇ, ਮੀਡੀਆ ਰਾਹੀਂ ਬਿਆਨ ਦੇ ਕੇ, ਸੋਸ਼ਲ ਮੀਡੀਆ 'ਤੇ ਆਪਣੀਆਂ ਗੱਲਾਂ ਪਾ ਕੇ ਆਪਣਾ ਰਾਜ ਕਰਦੇ ਨੇ ਤੇ ਲੋਕਾਂ ਨੂੰ ਦਿਖਾਵਾ ਕਰਦੇ ਨੇ, ਉਹਨਾਂ ਨੂੰ ਬਦਲਿਆ ਜਾਵੇ। ਉਹ ਤਾਂ ਨਵੀਂ ਲੀਡਰਸ਼ਿਪ ਆਏਗੀ, ਨਹੀਂ ਤਾਂ ਉਹ ਵੀ ਫੇਸਬੁੱਕ ਹੀ ਆ ਜਾਏਗੀ, ਉਹ ਵੀ WhatsApp ਤੇ ਪਹਿਲਵਾਨ ਬਣ ਜਾਣਗੇ। ਜਿੰਨਾ ਚਿਰ ਉਹਨਾਂ ਨੇ ਲੋਕਾਂ 'ਚ ਜਾ ਕੇ, ਅਸੀਂ ਇੱਕ ਕਵਿਤਾ ਲਿਖੀ ਸੀ ਕਿਸੇ ਜ਼ਮਾਨੇ ਦੇ ਵਿੱਚ, ਜੀ ਮਤਲਬ ਅਸੀਂ ਗਾ ਰਹੇ ਸੀ ਸਾਡੇ ਬੰਦੇ, ਉਹ ਸੀਗਾ ਵੀ ਉਹ ਯੂਨੀਵਰਸਿਟੀ ਦੇ ਲੋਕੋ ਤੁਸੀਂ ਜਾਓ ਬਾਹਰ, ਦੇਖੋ ਵੀ ਲੋਕਾਂ 'ਚ ਕੀ ਹੋ ਰਿਹਾ ਹੈ। ਤੇ ਲੋਕਾਂ ਨੂੰ ਕਿਹਾ ਸੀ ਖੇਤਾਂ ਦੇ ਵਿੱਚ ਉੱਠੋ, ਤੁਸੀਂ ਜਾ ਕੇ ਯੂਨੀਵਰਸਿਟੀਆਂ 'ਚੋਂ ਸਿੱਖੋ ਵੀ ਉਹ ਕੀ ਕਰ ਰਹੇ ਨੇ, ਤਾਂ ਕਿ ਜੀ ਦੋਹਾਂ ਦਾ ਸੁਮੇਲ ਹੈ। ਸਾਡੇ ਜਿਹੜਾ ਇੱਕ ਵਿਦਵਾਨ ਹੈ ਉਹਦਾ ਸੁਮੇਲ ਹੈ ਲੋਕਾਂ ਨਾਲ। ਉਹ ਵਿਦਵਤਾ ਕਾਹਦੀ ਉਹਦੀ, ਉਹ ਇਸੇ ਜੀ ਵਾਸਤੇ ਵਿਦਵਤਾ ਹੈ ਕਿ ਉਹ ਲੋਕਾਂ ਨੂੰ ਆਪਦੀ ਵਿਦਵਤਾ ਨੂੰ ਸੌਖਾ ਬਣਾ ਕੇ ਦੱਸ ਸਕੇ ਵੀ ਭਾਈ ਆਹ ਗੱਲ ਚੰਗੀ ਹੈ। ਇਦਾਂ ਹੀ ਜੀ ਜੀ ਲੋਕ ਉਹਦੀ ਵਿਦਵਤਾ ਤੇ ਉਹ ਆ ਕੇ ਸਿੱਖਣ ਵੀ ਇਹ ਕਿਵੇਂ ਕਰਦੇ ਨੇ, ਆਪਾਂ ਵੀ ਕਰਕੇ ਦੇਖ ਲਈਏ। ਸੋ ਸਾਡੇ ਅੱਜ ਮੁਲਕ ਦੇ ਵਿੱਚ ਜੰਡੂ ਸਾਹਿਬ ਬਹੁਤ ਵੱਡੀ ਲੋੜ ਸੀ। ਚੰਗੀ ਗੱਲ ਹੈ ਯਾਤਰਾ ਕਰ ਰਹੇ ਨੇ, ਪਰ ਜਿਹੜੀ ਬੀਜੇਪੀ ਹੈ ਉਹਦਾ ਸਿਆਸੀ ਬਦਲ ਦੇਣ ਦੀ ਬਜਾਏ, ਉਹਦਾ ਸਿਆਸੀ ਉਹਦੇ ਉੱਤੇ ਜਵਾਬ ਦੇਣ ਦੀ ਬਜਾਏ, ਉਹ ਟੀ-ਸ਼ਰਟ ਦੇ ਉੱਤੇ ਗੱਲਾਂ ਕਰਕੇ ਲੋਕਾਂ ਨੂੰ ਫੇਰ ਇੱਕ ਵਾਰੀ ਗੁੰਮਰਾਹ ਕਰ ਰਹੀ ਹੈ। ਤੇ ਦੂਜੇ ਪਾਸੇ ਉਸੇ ਵਕਤ ਕਰਤੱਵਯ ਪਥ ਨੇਤਾ ਜੀ ਸੁਭਾਸ਼ ਚੰਦਰ ਜੀ ਮੂਰਤੀ ਲਾ ਕੇ ਇਧਰੋਂ ਇੱਥੇ ਬੁੱਤ ਲਾਇਆ ਸੀ। ਆਪਾਂ ਸਮਝ ਲਓ ਵੀ ਜਿਹੜਾ ਬੁੱਤ ਸਰਦਾਰ ਪਟੇਲ ਦਾ ਲਾਇਆ ਸੀ, ਇੰਨਾ ਪੈਸਾ ਖਰਚ ਕੇ, ਜਿਹੜੀ ਚੀਨ ਨੂੰ ਰੋਜ਼ ਗਾਲਾਂ ਕੱਢਦੇ ਸੀ, ਬਣਵਾਇਆ ਭਾਵੇਂ ਉੱਥੋਂ ਹੀ ਸੀ ਜੋ ਕਹਿੰਦੇ ਨੇ ਲੋਕ। ਤੇ ਉਹ ਬੁੱਤ ਲੱਗਣ ਤੋਂ ਬਾਅਦ ਕੀ ਗੁਜਰਾਤ ਸੁਧਰ ਗਿਆ, ਕੀ ਦੇਸ਼ ਸੁਧਰ ਗਿਆ? ਮੈਂ ਨਹੀਂ ਕਹਿੰਦਾ ਬੁੱਤ ਨਾ ਲਾਓ, ਬੁੱਤ ਲਾਓ, ਬੁੱਤਾਂ ਦੇ ਸਾਹਮਣੇ ਮੱਥੇ ਵੀ ਟੇਕੋ, ਫੁੱਲ ਮਾਲਾ ਵੀ ਚੜਾਓ ਉਹਨਾਂ ਤੇ, ਨਹੀਂ, ਉਹਨਾਂ ਗੱਲ ਨੇ ਗੱਲ ਕੁਰਬਾਨੀਆਂ ਤਾਂ ਕਰੀਆਂ ਡਾਕਟਰ ਸਾਹਿਬ ਹੋਈਆਂ ਇਹ ਨੇ। ਹੈ ਕਿ ਜਿਹੜੇ ਉਹਨਾਂ ਦੇ ਵਿਚਾਰ ਸੀਗੇ ਜਾਂ ਉਹ ਦੇਸ਼ ਬਾਰੇ ਸੋਚਦੇ ਸੀ, ਗੱਲ ਤਾਂ ਹਾਂ, ਉਹਨਾਂ ਨੂੰ ਇੰਪਲੀਮੈਂਟ ਕਰਨ ਦੀ ਹੈ। ਉਹਨਾਂ ਨੂੰ ਇੰਪਲੀਮੈਂਟ ਕਰਨ ਦੀ ਹੈ। ਤੁਸੀਂ ਗਾਂਧੀ ਦੇ ਬੁੱਤ ਲਾਈ ਜਾਓ, ਗਾਂਧੀ ਦੀ ਆਈਡੀਓਲੋਜੀ ਨੂੰ ਮੰਨੋ ਹੀ ਨਾ। ਤੁਸੀਂ ਹੂੰ ਸੁਭਾਸ਼ ਚੰਦਰ ਦੇ ਬੁੱਤ ਲਾਈ ਜਾਓ, ਤੁਸੀਂ ਸੁਭਾਸ਼ ਚੰਦਰ ਦੀ ਆਈਡੀਓਲੋਜੀ ਨੂੰ ਮੰਨੋ ਹੀ ਨਾ। ਤੁਸੀਂ ਜਾ ਕੇ ਸਰਦਾਰ ਪਟੇਲ ਦੇ ਬੁੱਤ ਲਾਈ ਜਾਓ, ਉਹਦੀ ਆਈਡੀਓਲੋਜੀ ਨੂੰ ਮੰਨੋ ਹੀ ਨਾ। ਸੋ ਇਸ ਕਰਕੇ ਜਿਹੜਾ ਕੁਛ ਆਜ਼ਾਦੀ ਘੁਲਾਟੀਆਂ ਤੁਸੀਂ ਭਗਤ ਸਿੰਘ ਦੇ ਤੁਸੀਂ ਬਣਾਈ ਜਾਓ, ਭਗਤ ਸਿੰਘ ਨੇ ਜੋ ਕਿਹਾ ਸੀ ਉਹ ਕਰੋ ਹੀ ਨਾ। ਸੋ ਇਸ ਕਰਕੇ ਮੈਨੂੰ ਐਂ ਲੱਗਦਾ ਹੈ ਵੀ ਅੱਜ ਸਾਡੇ ਦੇਸ਼ ਦੇ ਵਿੱਚ ਗੁੰਮਰਾਹ ਕਰਨ ਦਾ ਜ਼ਿਆਦਾ, ਔਰ ਗੁੰਮਰਾਹ ਕਰਨ ਦਾ ਜਿਹੜਾ ਠੇਕਾ ਲਿਆ ਹੋਇਆ ਹੈ ਹੁਣ ਉਹ ਸਾਡੇ ਸਿਆਸਤਦਾਨਾਂ ਨੇ ਲੈ ਲਿਆ। ਜੀ ਪਹਿਲਾਂ ਠੱਗ ਚੋਰ ਲੈਂਦੇ ਹੁੰਦੇ ਸੀ, ਹੁਣ ਠੱਗ ਚੋਰ ਤਾਂ ਆਪਦਾ ਕਰੀ ਜਾ ਰਹੇ ਨੇ ਕੰਮ, ਪਰ ਸਾਡੇ ਸਿਆਸਤਦਾਨ ਹੁਣ ਜਿਹੜੇ ਨੇ ਉਹ ਲੋਕਾਂ ਨੂੰ ਗੁੰਮਰਾਹ ਕਰਕੇ ਆਪਦੀ ਸਿਆਸਤ ਨੂੰ ਭਖਾ ਕੇ ਰੱਖਦੇ ਨੇ। ਸੋ ਇਸ ਕਰਕੇ ਡਾਕਟਰ ਮੈਨੂੰ ਐਂ ਲੱਗਦਾ ਹੈ ਵੀ ਇਹ ਜਿਹੜਾ ਤਰੀਕਾ ਹੈ, ਔਰ ਬਹੁਤ ਸਾਰੇ ਵਿਦਵਾਨ ਨਾਲ ਰਲ ਜਾਂਦੇ ਨੇ, ਇਹ ਤਰੀਕਾ ਸਾਨੂੰ ਬਦਲਣਾ ਪਏਗਾ। ਸਾਨੂੰ ਇੱਕ ਨਵੀਂ ਰੂਹ ਫੂਕਣੀ ਪਏਗੀ। ਜਿੰਨੇ 40 ਸਾਲ ਤੱਕ ਦਾ ਸਾਡਾ ਨੌਜਵਾਨ ਹੈ, ਉਹਨੂੰ ਭੀੜ ਤੰਤਰ ਅਸੀਂ ਬਣਾ ਰੱਖਿਆ। ਹੁਣੀ ਦੇਖਿਆ ਸੀ ਮੈਂ, ਉਹਨੇ ਜਾ ਰਹੇ ਨੇ ਵੀ ਵਿਸਰਜਨ ਕਰਦਿਆਂ ਫਲਾਣਾ ਕਰਦਿਆਂ। ਇਹਨਾਂ ਗੱਲਾਂ ਨੂੰ ਸਾਨੂੰ ਰੋਕਣਾ ਪਏਗਾ। ਸਾਨੂੰ ਵਿਗਿਆਨਕ ਸੋਚ ਤੇ ਜਾਣਾ ਪਊਗਾ, ਤਾਂ ਹੀ ਅਸੀਂ ਕਿਸੇ ਬਿਲ ਪੱਤਣ ਲੱਗਾਂਗੇ। ਡਾਕਟਰ ਸਾਹਿਬ, ਜਿਹੜਾ ਸਾਡਾ ਤੀਸਰਾ ਸਵਾਲ ਸੀ ਕਿ ਜੋ ਘਟਨਾਵਾਂ ਪੰਜਾਬ 'ਚ ਹੋਈਆਂ ਜੀ, ਤੇ ਜਿਸ ਢੰਗ ਨਾਲ ਪੰਜਾਬ ਦੇ ਮਾਹੌਲ ਨੂੰ ਵਿਗਾੜਨ ਦਾ ਵੀ ਯਤਨ ਕਹਿ ਸਕਦੇ ਹਾਂ ਹੋ ਰਿਹਾ ਹੈ, ਜਾਂ ਜਿਸ ਤਰ੍ਹਾਂ ਦੀ ਸਥਿਤੀ ਬਣਾਈ ਜਾ ਰਹੀ ਹੈ, ਉਹਦੇ ਵਿੱਚ 2-3 ਘਟਨਾਵਾਂ ਬੜੀਆਂ ਅਹਿਮ ਹੈ ਜਿਨ੍ਹਾਂ ਦਾ ਮੈਂ ਸ਼ੁਰੂ 'ਚ ਵੀ ਜ਼ਿਕਰ ਕੀਤਾ ਹੈ ਕਿ ਜਦੋਂ ਦਰਬਾਰ ਸਾਹਿਬ 'ਚ ਜੀ, ਬੇਅਦਬੀ ਦੀ ਘਟਨਾ ਹੋਈ, ਉਸ ਦਾ ਕੋਈ ਉਸ ਤੋਂ ਬਾਅਦ ਕੀ ਜਾਂਚ ਆਇਆ, ਕੀ ਨਹੀਂ ਹੋਇਆ, ਉਹ ਨਾ ਬੰਦੇ ਦਾ ਕੋਈ ਅੱਗਾ ਪਿੱਛਾ ਪਤਾ ਲੱਗਾ, ਨਾ ਉਹ ਘਟਨਾ ਦਾ ਕੀ, ਉਹ ਕਿਉਂ ਇਸ ਤਰ੍ਹਾਂ ਵਾਪਰ ਗਈ, ਉਹ ਬੰਦਾ ਕਿਉਂ ਹੋ ਗਿਆ ਸਾਰਾ ਇੱਕ। ਦੂਸਰਾ, ਫਿਰ ਹੁਣ ਆਣ ਕੇ ਧਰਮ ਪਰਿਵਰਤਨ ਦਾ ਮਾਮਲਾ ਆ ਗਿਆ, ਧਰਮ ਪਰਿਵਰਤਨ ਵਿਰੋਧੀ ਕਾਨੂੰਨ ਦਾ ਮਾਮਲਾ ਆ ਗਿਆ। ਫਿਰ ਜਿਹੜਾ ਜਿਸ ਦਿਨ ਇਹ ਧਰਮ ਪਰਿਵਰਤਨ ਵਿਰੋਧੀ ਕਾਨੂੰਨ ਦੀ ਗੱਲ ਕਰਦੇ ਅਕਾਲ ਤਖਤ ਦੇ ਜਥੇਦਾਰ, ਉਸੇ ਦਿਨ ਹੀ ਜਿਹੜੇ ਤਰਨਤਾਰਨ ਦੇ ਨੇੜੇ, ਪੱਟੀ ਦੇ ਨੇੜੇ ਗਿਰਜਾ ਘਰ ਨੂੰ ਜਿਹੜਾ ਹੈ ਉਹਨੂੰ ਭੰਨ ਤੋੜ ਹੋ ਜਾਂਦੀ ਹੈ ਉਹਦੇ ਵਿੱਚ, ਔਰ ਨਾਲ ਦੀ ਨਾਲ ਉੱਥੇ ਜਿਹੜੇ ਪਾਦਰੀ ਦੀ ਕਾਰ ਉਹਨੂੰ ਸਾੜ ਦਿੱਤਾ ਜਾਂਦਾ ਹੈ। ਔਰ ਫਿਰ ਕੁਝ ਦਿਨਾਂ ਬਾਅਦ ਜਦੋਂ ਉਹਨਾਂ ਦੇ ਜਿਹੜੇ ਪਾਦਰੀ ਨੇ, ਵੱਡੇ ਆਗੂ ਨੇ ਈਸਾਈ ਭਾਈਚਾਰੇ ਦੇ, ਉਹਨਾਂ ਨਾਲ ਮੀਟਿੰਗ ਹੁੰਦੀ ਹੈ, ਉਸ ਤੋਂ ਬਾਅਦ ਉਹ ਸਾਰਾ ਕੁਝ ਫਿਰ ਉਸ ਤੇ ਚੁੱਪੀ ਵੱਟ ਲਈ ਜਾਂਦੀ ਹੈ। ਔਰ ਪਰਸੋਂ ਜਿਹੜੀ ਘਟਨਾ ਵਾਪਰੀ, ਜਿਸ ਤਰ੍ਹਾਂ ਦਰਬਾਰ ਸਾਹਿਬ ਦੇ ਨੇੜੇ ਇੱਕ ਨੌਜਵਾਨ ਦਾ ਇਸ ਕਰਕੇ ਕਤਲ ਕਰ ਦਿੱਤਾ ਜਾਂਦਾ ਹੈ ਕਿ ਉਹਦੇ ਨਸ਼ਾ ਕੀਤਾ ਹੋਇਆ ਸੀ, ਉਹਦੇ ਹੱਥ 'ਚ ਤੰਬਾਕੂ ਸੀ। ਇਹ ਸਾਰੀਆਂ ਜਿਹੜੀਆਂ ਘਟਨਾਵਾਂ ਇੱਕ ਲੜੀ ਹੈ ਵੱਖ-ਵੱਖ ਸਮੇਂ ਤੇ ਜੋ ਹੋਇਆ, ਇਸ ਦੇ ਤੁਸੀਂ ਕੀ ਅਰਥ ਲੈਂਦੇ ਹੋ ਤੇ ਕੀ ਇਹ ਸੰਕੇਤ ਦਿੰਦੀਆਂ ਹੈ ਜਾਂ ਕਿਸ ਤਰ੍ਹਾਂ ਦੀ ਦਿਸ਼ਾ ਇਹ ਅੱਗੇ ਬਣਾ ਸਕਦੀਆਂ? ਦੇਖੋ ਇਹ ਦਿਸ਼ਾ ਸਾਰੀ ਜਿਹੜੀ ਹੈ ਜਾ ਰਹੀ ਹੈ, ਉਹ ਮੁੜ ਕੇ 84 ਵਾਲੇ ਪਾਸੇ ਨੂੰ ਜਾ ਰਹੀ ਹੈ। ਉਦੋਂ ਵੀ
ਤੁਸੀਂ ਵੀ ਦੇਖੀਆਂ ਹੋਣਗੀਆਂ। ਮੈਂ ਤਾਂ ਉਦੋਂ ਗੁਰਦਾਸਪੁਰ ਦੇ ਵਿੱਚ ਸੀਨੀਅਰ ਮੈਡੀਕਲ ਜੀ, ਅਫਸਰ ਸੀ ਜੀ, ਜੀ। ਤੇ ਮੈਂ ਜਦ ਇਹ ਮੋਰਚਾ ਲੱਗਿਆ ਸੀ ਉਦੋਂ ਤੋਂ, ਜਿਹੜਾ ਨਹਿਰ ਰੋਕੂ ਮੋਰਚਾ, ਉਦੋਂ ਤੋਂ ਉਹਦੇ ਨਾਲ ਵੀ ਕਾਫੀ ਮੈਨੂੰ ਵਾਬਸਤਾ ਰਹਿੰਦਾ ਸੀ ਬੀਇੰਗ ਡਾਕਟਰ, ਕਿਉਂਕਿ ਦੋਨੇ ਤਰ੍ਹਾਂ ਦੇ ਮਰੀਜ਼ ਸਾਡੇ ਕੋਲ ਤਾਂ ਆਉਂਦੇ ਸੀ, ਫੱਟੜ ਵੀ ਹੋਏ, ਮਰੇ ਹੋਏ ਵੀ, ਪੁਰਾਣੇ ਵੀ, ਰਾਸ਼ਾਂ ਵੀ। ਸੋ ਜੀ, ਉਹਦੇ ਵਿੱਚ ਮੈਨੂੰ ਜਿਹੜਾ ਸਾਹਮਣੇ ਦਿਖਦਾ ਹੈ, ਮੈਨੂੰ ਮੁੜ ਕੇ ਕਾਲੇ ਦੌਰ ਦੀ ਗੱਲ ਲੱਗਦੀ ਹੈ। ਜੇ ਅਸੀਂ ਦੇਖੀਏ 3-4 ਘਟਨਾਵਾਂ, ਇੱਕ ਘਟਨਾ ਮੈਂ ਹੋਰ ਜੋੜੂੰਗਾ ਇਹਦੇ ਵਿੱਚ। ਜੀ, ਪਹਿਲੀ ਗੱਲ, ਭਾਰਤ ਦਾ ਸੰਵਿਧਾਨ ਇਹ ਕੋਈ ਤੁਹਾਨੂੰ ਇਜਾਜ਼ਤ ਨਹੀਂ ਦਿੰਦਾ ਵੀ, ਕਿਉਂਕਿ ਤੁਸੀਂ ਉਹਨੂੰ ਵੱਡਾ ਮਾੜਾ ਸਮਝਦੇ ਹੋ, ਕਿਸੇ ਨਾ ਕਿਸੇ ਤਰ੍ਹਾਂ ਉਹਨੇ ਤੁਹਾਡੇ ਧਰਮ ਦੀ ਸਾਹਮਣੇ ਆਪਸ ਵਿੱਚ ਲੜਾਈ ਹੋ ਜਾਂਦੀ ਹੈ। ਕਈ ਵਾਰ ਹੋਰ ਗੱਲ ਹੈ ਕਿ ਤੁਸੀਂ ਚੱਕ ਉਹਨੂੰ ਮਾਰ ਦਿਓ, ਕਤਲ ਕਰ ਦਿਓ, ਕਿਉਂਕਿ ਉਹਨੇ ਤੁਹਾਡੇ ਵਿਰੁੱਧ ਗੱਲ ਕਰੀ ਆ। ਇਹ ਜੀ, ਸੰਵਿਧਾਨ ਨਹੀਂ। ਜਾਂ ਤੁਸੀਂ ਉਹਨੂੰ ਸਮਝਦੇ ਮਾੜਾ ਹੈ, ਤੁਸੀਂ ਸਮਝਦੇ ਚੋਰ ਹੈ, ਤੁਸੀਂ ਸਮਝਦੇ ਠੱਗ ਹੈ, ਤੁਸੀਂ ਸਮਝਦੇ ਕਾਤਲ ਹੈ, ਤੁਹਾਨੂੰ ਕੋਈ ਹੱਕ ਨਹੀਂ ਹੈ। ਸੋ ਇਹ ਜਿਹੜਾ ਤੌਰ ਤਰੀਕਾ ਬਣਿਆ ਹੋਇਆ ਹੈ, ਇਹ ਇੱਕ ਪਾਸੇ ਹੈਗਾ, ਜਿਹਦੇ ਵਿੱਚ ਸਿੰਘੂ ਬਾਰਡਰ ਤੇ ਪਹਿਲਾਂ ਬੰਦਾ ਟੰਗਿਆ ਗਿਆ ਸੀ, ਉਹਦੀ ਨਿਹੰਗਾਂ ਦਾ ਹੀ ਕੰਮ ਸੀਗਾ। ਜਿਹੜਾ ਹੁਣ ਜਿਹੜਾ ਹੋਇਆ, ਉਹਨੇ ਬਾਣਾ ਵੀ ਉਹੋ ਜਿਹਾ ਹੀ ਪਾਇਆ ਹੋਇਆ ਸੀ। ਜਿਹੜਾ ਹੁਣ ਉੱਥੇ ਪਾਸਟਰਾਂ ਨੇ ਕਰਿਆ, ਉੱਥੇ ਜਿਹੜਾ ਗਏ ਉਹਦੇ ਉੱਤੇ ਤਰਨ ਤਾਰਨ, ਉਹ ਵੀ ਨਿਹੰਗੀ ਗਏ ਨੇ। ਜਿਹੜਾ ਹੁਣ ਆਹ ਦਰਬਾਰ ਸਾਹਿਬ ਦੇ ਸਾਹਮਣੇ ਹੋਇਆ ਵੀ ਨਿਹੰਗਾਂ ਦਾ ਹੀ ਹੈ। ਤੇ ਜਿਹੜਾ ਉੱਥੇ ਹੋਇਆ ਸੀ ਕਪੂਰਥਲੇ, ਉੱਥੇ ਵੀ ਨਿਹੰਗ ਸਿੰਘ ਪਹੁੰਚ ਗਏ ਸੀ ਕਾਫੀ। ਤੇ ਮੈਨੂੰ ਐਂ ਲੱਗਦਾ ਹੈ ਵੀ ਕਿਤੇ ਨਾ ਕਿਤੇ, ਕਿਉਂਕਿ ਨਿਹੰਗ ਉਹੀ ਨੇ ਜਿਨ੍ਹਾਂ 'ਚ ਬਾਬਾ ਸੰਤਾ ਸਿੰਘ ਨੇ, ਜਦ ਸਾਡਾ ਅਕਾਲ ਤਖ਼ਤ ਢਾਹਤਾ ਸੀ ਦਿੱਲੀ ਦੀ ਹਕੂਮਤ ਨੇ, ਤੇ ਬਾਬਾ ਸੰਤਾ ਸਿੰਘ ਨੇ ਰਲ ਕੇ ਬੂਟਾ ਸਿੰਘ ਦੇ ਨਾਲ ਉਹ ਅਕਾਲ ਤਖ਼ਤ ਬਣਾਇਆ ਸੀ। ਤੇ ਐਨ ਹਿੱਕ ਤੇ ਬਹਿ ਕੇ, ਪਰ ਸਿੱਖਾਂ ਨੇ ਆਪਦੀ ਅਣਖ ਨੂੰ ਫੇਰ ਰੱਖਿਆ, ਉਹਨੂੰ ਢਾਹਤਾ ਵੀ ਚੰਗਾ ਜਿਹਾ ਤੁਹਾਡਾ ਬਣਾਇਆ ਹੋਇਆ ਨਹੀਂ ਅਸੀਂ ਰੱਖਣਾ। ਸੋ ਇਹ ਨਿਹੰਗਾਂ ਦਾ, ਪੂਲੇ ਦਾ ਆਪਾਂ ਨੂੰ ਨਿਹੰਗ ਦਾ ਸਭ ਨੂੰ ਪਤਾ ਹੀ ਹੈ ਵੀ ਉਹ ਕੀ ਕਰਦੇ ਸੀ। ਸੋ ਇਹ ਅੱਜ ਜੀ, ਨਿਹੰਗਾਂ ਦੇ ਰਾਹੀਂ ਦੂਜੇ ਪਾਸੇ, ਕਿਉਂਕਿ ਪੰਜਾਬ ਨੂੰ ਇੱਕ ਅੱਗ ਲਾਉਣ ਦੀ ਸਕੀਮ ਹੈ, ਇਹਨਾਂ ਗੱਲਾਂ ਨੂੰ ਜਸਟੀਫਾਈ ਕਰਨ ਵਾਸਤੇ ਤੁਸੀਂ ਧਿਆਨ ਨਾਲ ਜੇ ਦੇਖੋਗੇ, ਇਹ ਗੱਲਾਂ ਇੱਧਰ ਹੋਈਆਂ ਨੇ। ਦੂਜੇ ਪਾਸੇ ਗਿਆਨੀ ਕੇਵਲ ਸਿੰਘ ਜਾ ਰਹੇ ਸੀ, ਉਹਨੂੰ ਮੈਟਰੋ ਦੇ ਵਿੱਚ ਉਹਨਾਂ ਨੂੰ ਕਹਿਤਾ ਵੀ ਆ ਤਲਵਾਰ ਲੈ ਕੇ ਨਹੀਂ ਤੁਸੀਂ ਅੱਗੇ ਜਾ ਜੀ, ਸਕਦੇ। ਜੀ, ਹਾਲਾਂਕਿ ਉਹ ਕਿੰਨੇ ਵਾਰੀ ਜਾਂਦੇ ਰਹੇ ਨੇ ਹੋਰ ਹੈ, ਔਰ ਮੈਟਰੋ ਦੇ ਵਿੱਚ ਤਲਵਾਰ ਤੇ ਨਿਫਟੀ ਰੋਕਣ ਦਾ ਕੋਈ ਮਤਲਬ ਹੀ ਨਹੀਂ ਸੀ, ਕਿਉਂਕਿ ਉਹਦਾ ਕੋਈ ਐਵੇਂ ਕਾਗਜ਼ੀ, ਤੁਸੀਂ ਕੱਲ ਨੂੰ ਤੁਸੀਂ ਜਿਹੜਾ ਮਰਜ਼ੀ ਕਾਨੂੰਨ ਬਣਾ ਲਓ। ਸੋ ਇਹ ਜਿਹੜਾ ਤੌਰ ਤਰੀਕਾ ਸ਼ੁਰੂ ਕਰਤਾ ਕਿ ਸਿੱਖਾਂ ਦੀ ਥਾਂ ਥਾਂ ਦੇ ਉੱਤੇ, ਹੁਣ ਜਿਹੜਾ ਜਦ ਗਿਆਨੀ ਕੇਵਲ ਸਿੰਘ ਦੀ ਤਲਵਾਰ ਦਾ ਮਾਮਲਾ ਉਠਾਤਾ, ਤਾਂ ਸਭ ਸਿੱਖ ਜਿਹੜੇ ਮਰਜ਼ੀ ਜਾਇਜ਼ ਨਜਾਇਜ਼ ਗੱਲ ਨੂੰ ਵੀ ਸਹੀ ਠਹਿਰਾਉਣਾ ਸ਼ੁਰੂ ਕਰ ਦੇਣਗੇ। ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਭਾਵੇਂ ਵਾਪਸ ਚਲੇ ਗਏ ਗੱਲ ਤੋਂ, ਪਰ ਜੋ ਮੋਹਨ ਭਗਤ ਜੀ ਕਹਿੰਦੇ ਨੇ ਉਹ ਤਾਂ ਉਸੇ ਨੂੰ ਹੀ ਮਤਲਬ ਦੁਬਾਰਾ ਆਪਣੀ ਗੱਲ ਕਰ ਦਿੰਦੇ ਨੇ, ਕਿਉਂਕਿ ਪਹਿਲਾਂ ਮੋਹਨ ਭਗਤ ਜੀ ਨੇ ਕਿਹਾ ਵੀ 4-4 ਬੱਚੇ ਜੰਮੋ ਹਿੰਦੂਓ, ਤੇ ਹੁਣ ਇਹਨਾਂ ਨੇ ਵੀ ਕਹਿਤਾ ਸੀ ਫਿਰ ਵੀ ਤੁਸੀਂ ਵੀ ਸਿੱਖ ਵੀ 4-4 ਬੱਚੇ ਜੰਮਣ। ਫਿਰ ਉਹਨਾਂ ਨੇ ਆਖਿਆ ਹਥਿਆਰ ਚੱਕੋ ਨਵੇਂ, ਇਹਨਾਂ ਨੇ ਵੀ ਕਹਿਤਾ ਹਥਿਆਰ ਚੱਕ ਲਓ। ਤੇ ਹੁਣ ਧਰਮ ਪਰਿਵਰਤਨ ਦੀ ਗੱਲ ਜਿਹੜੀ ਹੈ, ਉਹ ਬੀਜੇਪੀ ਦਾ ਨਾਰਾ ਹੈ। ਉਹ ਈਸਾਈਆਂ ਦੇ ਖਿਲਾਫ ਪਹਿਲਾਂ ਤੋਂ ਹੀ ਇਹ ਨਾਰਾ ਦੇ ਰਹੀ ਹੈ, ਕੋਈ ਅੱਜ ਦੀ ਗੱਲ ਨਹੀਂ ਹੈ, ਬਹੁਤ ਜ਼ੋਰ ਨਾਲ ਸ਼ੋਰ ਨਾਲ ਦੇ ਰਹੀ ਹੈ। ਆਰਐਸਐਸ ਬਹੁਤ ਜ਼ੋਰ ਸ਼ੋਰ ਨਾਲ ਦੇ ਰਹੀ ਹੈ। ਜੀ, ਹਾਲਾਂਕਿ ਈਸਾਈਆਂ ਦੀ ਗਿਣਤੀ ਕਿੰਨੀ ਹੈ ਪੰਜਾਬ 'ਚ? 2%, 1.5% ਈਸਾਈ ਨੇ। ਜੇ 1.5% ਈਸਾਈਆਂ ਦੀ ਆਬਾਦੀ ਹੈ, ਜਦ ਕਿ ਇੱਥੇ ਅੰਗਰੇਜ਼ਾਂ ਦਾ ਰਾਜ ਰਿਹਾ 100 ਸਾਲ ਤਾਂ ਪੰਜਾਬ 'ਚ ਵੀ, ਜੇ ਉਦੋਂ ਉਹ ਇੰਨੇ ਨਹੀਂ ਬਣਾ ਸਕੇ ਤੇ ਹੁਣ ਕਿੱਥੋਂ ਬਣਾ ਲੈਣਗੇ? ਹੁਣ ਤਾਂ ਉਹਨਾਂ ਦਾ ਰਾਜ ਵੀ ਨਹੀਂ ਹੈਗਾ। ਸੋ ਇਸ ਕਰਕੇ ਜਿਹੜਾ ਬਾਕੀ ਜਿਹੜਾ ਹੁੰਦਾ ਵੀ ਇਹ ਪਰਿਵਰਤਨ, ਉਹ ਹੁੰਦਾ ਵੀ ਗਰੀਬ ਆਦਮੀ ਕਹਿੰਦਾ ਚੱਲ ਯਾਰ ਮੈਨੂੰ ਇੱਧਰੋਂ, ਉਹ ਤਾਂ ਆਰਐਸਐਸ ਕੋਲ ਬਥੇਰੇ ਜਾਂਦੇ ਨੇ, ਆਦੀਵਾਸੀ ਹੋਰ ਸਿੱਖ ਬਥੇਰੇ ਜਾਈ ਜਾਂਦੇ ਨੇ, ਲਾਲਚ ਤਾਂ ਸਾਰੇ ਹੀ ਦੇ ਰਹੇ ਨੇ ਇਹ। ਸੋ ਮੈਨੂੰ ਐਂ ਲੱਗਦਾ ਹੈ ਵੀ ਪੰਜਾਬ ਨੂੰ ਆਬਾਦੀ ਦੇ ਬੂਥੇ ਢੱਕਣ ਦਾ ਇਹ ਇੱਕ ਹੈਗਾ, ਪਰ ਕੇਂਦਰ ਸਰਕਾਰ ਜਿਹੜੀ ਤੀਸਤਾ ਸੀ ਤਲਵੰਡ ਨੂੰ ਫੜ ਕੇ ਅੰਦਰ ਕਰ ਦਿੰਦੀ ਹੈ, ਜਿਹੜੀ ਕਹਿੰਦੀ ਹੈ ਵੀ ਰੋਜ਼ ਰੋਜ਼ ਤੁਸੀਂ ਗੁਜਰਾਤ ਦੇ ਦੰਗਿਆਂ ਤੇ ਅਦਾਲਤਾਂ ਦੇ ਵਿੱਚ ਆਉਣਾ ਗਲਤ ਹੈ, ਜਿਹੜੀ ਕਿਸੇ ਨੂੰ ਫੜ ਕੇ ਇਸ ਗੱਲ ਤੇ ਅੰਦਰ ਕਰ ਦਿੰਦੀ ਹੈ ਕਿ ਕਿਸੇ ਕੁੜੀ ਦਾ ਰੇਪ ਹੋ ਜਾਂਦਾ ਹੈ, ਗੈਂਗ ਰੇਪ ਹੁੰਦਾ ਹੈ, ਉਹਦੀ ਲਾਸ਼ ਨੂੰ ਧੱਕੇ ਨਾਲ ਸਾੜ ਦਿੱਤਾ ਜਾਂਦਾ ਹੈ, ਉਹਦੇ ਘਰਦਿਆਂ ਨੂੰ ਵੀ ਬੰਦ ਕਰ ਦਿੰਦਾ ਕਮਰੇ 'ਚ। ਉੱਥੇ ਜਾਣ ਵਾਸਤੇ ਜੇ ਕੋਈ ਪੱਤਰਕਾਰ ਜਾਂਦਾ ਕੇਰਲਾ ਤੋਂ ਚੱਲ ਕੇ, ਤੇ ਉਹਨੂੰ 2 ਸਾਲ ਬਿਨਾਂ ਗੱਲ ਦੇ ਜੇਲ੍ਹ 'ਚ ਰੱਖਿਆ ਜਾਂਦਾ ਹੈ। ਤੇ ਆ ਕੇ ਸੁਪਰੀਮ ਕੋਰਟ ਨੂੰ ਜ਼ਬਾਨ ਤੇ ਇਹ ਕਹਿ ਕੇ ਕਰਨੀ ਪੈਂਦੀ ਹੈ ਵੀ 2 ਸਾਲ ਹੋ ਗਏ, ਇਹਦੀ ਜ਼ਬਾਨ ਤੇ ਨਹੀਂ ਕਰੀ, ਇਹਦਾ ਖਿਲਾਫ ਕੋਈ ਕਾਗਜ਼ ਤਾਂ ਲੱਭਿਆ ਨਹੀਂ ਹੈ। ਤੇ ਇਹ ਜਿਹੜੀਆਂ ਦੂਜੇ ਪਾਸੇ ਕੀ ਕੇਂਦਰ ਸਰਕਾਰ ਨੂੰ ਜਾਂ ਸਾਡੀਆਂ ਸੂਬਾ ਸਰਕਾਰਾਂ ਨੂੰ ਇਹ ਨਹੀਂ ਦਿਖਦਾ ਵੀ ਕਿਸੇ ਨੂੰ ਵੀ ਤਲਵਾਰ ਨਾਲ ਵੱਢ ਦੇਣ ਦਾ ਕਿੱਥੋਂ ਹੱਕ ਹੈ? ਐਂ ਤਾਂ ਫਿਰ ਕਦੇ ਮੁੱਕਣਾ ਹੀ ਨਹੀਂ। ਜਿਹੜਾ ਦਰਬਾਰ ਸਾਹਿਬ ਤੁਸੀਂ ਕਹਿੰਦੇ ਕਪੂਰਥਲੇ ਵਾਲੀ ਘਟਨਾ ਦਾ ਕੋਈ ਪਤਾ ਨਹੀਂ ਲੱਗਿਆ, ਉਦੋਂ ਪਹਿਲਾਂ ਤਰਨ ਤਾਰਨ ਦੇ ਵਿੱਚ ਇੱਕ ਬੰਬ ਚੱਲਿਆ ਸੀ ਕਿ ਕੀ ਹੋਇਆ ਸੀ, ਕੋਈ ਹਮਲਾ ਹੋਇਆ ਸੀ ਕਿਸੇ ਧਾਰਮਿਕ ਇਕੱਠ ਤੇ, ਕੈਪਟਨ ਸਾਹਿਬ ਦੀ ਸਰਕਾਰ ਵੇਲੇ, ਉਦੋਂ ਕੋਈ ਪਤਾ ਨਹੀਂ ਚੱਲਿਆ ਕੌਣ ਨੇ। ਸੋ ਇਹ ਕਿਉਂਕਿ ਤਾਂ ਨਹੀਂ ਪਤਾ ਚੱਲਦਾ ਕਿ ਏਜੰਸੀਆਂ ਦੇ ਬੰਦੇ ਹੁੰਦੇ ਨੇ ਇਹ। ਜੀ, ਸਲਵਿੰਦਰ ਸਿੰਘ ਜਿਹੜਾ ਕਿ ਸੁਪਰਡੈਂਟ ਸੀ ਪੁਲਿਸ ਦਾ, ਜਦ ਦੀਨਾਨਗਰ ਥਾਣੇ ਤੇ ਔਰ ਪਠਾਨਕੋਟ ਦੀ ਛਾਉਣੀ ਤੇ ਹਮਲਾ ਹੋਇਆ, ਉਦੋਂ ਪਹਿਲਾਂ ਉਹ ਜਾ ਕੇ ਮਿਲ ਕੇ ਆਇਆ ਸੀ ਪਾਕਿਸਤਾਨੀਆਂ ਨੂੰ, ਪਰ ਕਹਿੰਦਾ ਮੈਂ ਤਾਂ ਸਮਗਲਰਾਂ ਨੂੰ ਮਿਲਣ ਗਿਆ ਸੀ। ਇੱਕ ਜ਼ਿਲ੍ਹੇ ਦਾ ਸੁਪਰਡੈਂਟ ਪੁਲਿਸ ਸਮਗਲਰਾਂ ਨੂੰ ਮਿਲਣ ਜਾਂਦਾ ਹੈ, ਮੁੜ ਕੇ ਉਹਦੀ ਗੱਲ ਤਾਂ ਕੋਈ ਸਾਹਮਣੇ ਲੋਕਾਂ ਦੇ ਲਿਆਂਦੀ ਨਹੀਂ ਵੀ ਭਾਈ ਇਹਨੇ ਕੀ ਕਰਿਆ ਸੀ, ਕੀ ਨਹੀਂ ਕਰਿਆ ਸੀ, ਇਹਦੇ ਕੀ ਸੰਬੰਧ ਸੀਗੇ। ਉਦੋਂ ਤਾਂ ਛਾਉਣੀ 'ਚ ਹਮਲਾ ਹੋਇਆ ਸੀ। ਛਾਉਣੀ 'ਚ ਹਮਲਾ ਜਿਹੜਾ ਦੇਸ਼ ਦੀ ਪ੍ਰਭੂ ਸੱਤਾ 'ਤੇ ਹਮਲਾ ਹੁੰਦਾ, ਛਾਉਣੀਆਂ 'ਚ ਡਾਕਟਰ ਹਮਲਾ ਸਾਹਿਬ ਇੰਨਾ ਸੌਖਾ ਨਹੀਂ। ਸੰਖੇਪ ਰੱਖਿਓ ਆਪਣਾ, ਸੰਖੇਪ ਹਾਂ, ਰੱਖਿਓ ਮੈਂ ਆਪਣਾ ਖਤਮ ਕਰ ਸਮਾਂ ਰਿਹਾ। ਸਮਾਪਤੀ ਸੋ ਵੱਲ ਇਸ ਨੂੰ। ਜੀ, ਕਰਕੇ ਮੇਰੀ ਜੀ, ਇੱਕੋ ਹੀ ਬੇਨਤੀ ਹੈ ਵੀ ਅੱਜ ਸਾਨੂੰ ਸਾਰੇ ਪੰਜਾਬੀਆਂ ਨੂੰ ਸ਼ਾਂਤ ਰਹਿਣਾ ਪਏਗਾ।
ਸਾਨੂੰ ਇਹ ਜਿਹੜੀ ਲੜਾਈ ਹੈ, ਇਹ ਜਿੱਥੇ ਕੇਂਦਰ ਸਾਡੀ ਆਪਸ ਵਿੱਚ ਲੜਾਈ ਕਰਾ ਰਿਹਾ ਹੈ, ਸਾਨੂੰ ਕੇਂਦਰ ਵਿਰੁੱਧ ਲੜਾਈ ਕਰਨੀ ਪਏਗੀ ਕਿ ਸਾਡੇ ਹੱਕ ਇੱਥੇ ਰੱਖ। ਜੀ, ਆਪਦੇ ਹੱਕ ਲੈਣੇ ਪੈਣਗੇ। ਜਿੰਨਾ ਚਿਰ ਅਸੀਂ ਕੇਂਦਰ ਤੋਂ ਆਪਦੇ ਹੱਕ ਮੰਗਣ ਨਹੀਂ ਲੱਗਦੇ, ਉਹਨਾਂ ਚਿਰ ਸਾਰੀ ਮੱਲਮ ਪੱਟੀ ਦਾ ਕੋਈ ਬਹੁਤਾ ਫਾਇਦਾ ਨਹੀਂ। ਜੀ। ਇੱਥੇ ਹੀ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ। ਜਿਹੜੇ ਦੋਸਤ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ, ਉਹ ਦੋਸਤੋ ਜੇ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜ਼ਰੂਰ ਕਰਨਾ, ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਕਿਉਂਕਿ ਤੁਹਾਡਾ ਜਿਹੜਾ ਹੁੰਗਾਰਾ ਹੈ ਉਹੀ ਸਾਡਾ ਮੁੱਖ ਪ੍ਰੇਰਨਾ ਸਰੋਤ ਹੈ। ਤੇ ਹੁਣ ਤੱਕ ਅਸੀਂ ਇਸੇ ਕਰਕੇ ਤੁਹਾਨੂੰ ਤੁਹਾਡੇ ਹੁੰਗਾਰੇ ਕਰਕੇ, ਤੁਹਾਡੇ ਸਹਿਯੋਗ ਕਰਕੇ, ਤੁਹਾਡੀ ਪ੍ਰੇਰਨਾ ਕਰਕੇ ਤੁਹਾਨੂੰ ਲਗਭਗ 135 ਦੇ ਕਰੀਬ ਅਸੀਂ ਵੀਡੀਓ ਤੁਹਾਡੀ ਨਜ਼ਰ ਕਰ ਚੁੱਕੇ ਹਾਂ, ਪੇਸ਼ ਕਰ ਚੁੱਕੇ ਹਾਂ। ਤੇ ਜੇ ਤੁਹਾਡਾ ਹੁੰਗਾਰਾ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਸਾਨੂੰ ਹੋਰ ਵੀ ਬੜਾ ਉਤਸ਼ਾਹ ਮਿਲੇਗਾ, ਪ੍ਰੇਰਨਾ ਮਿਲੇਗੀ ਤੇ ਅਸੀਂ ਇਸ ਤਰ੍ਹਾਂ ਹੀ ਜਿਹੜੇ ਵੱਖ-ਵੱਖ ਵਿਸ਼ਿਆਂ ਤੇ ਵੀਡੀਓਜ਼ ਤੁਹਾਡੇ ਅੱਗੇ ਲੈ ਕੇ ਪੇਸ਼ ਹੁੰਦੇ ਰਵਾਂਗੇ। ਤੁਹਾਡਾ ਧੰਨਵਾਦ ਬਹੁਤ-ਬਹੁਤ। ਡਾਕਟਰ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ। ਸ਼ੁਕਰੀਆ ਜੀ ਬਹੁਤ ਬਹੁਤ ਜੱਟੂ ਸਾਹਿਬ।